ਅੱਜ ਦੀ ਜੋ ਆਪਣੀ ਕਲਾਸ ਹੈ ਏਬੀਐਸਸੀ ਪੈਡਾਗੋਜੀ ਦੇ ਕੁਝ ਇਸ਼ੂਜ਼ ਨੇ ਜੋ ਤੁਹਾਨੂੰ ਸਭ ਨੂੰ ਪਤਾ ਨੇ ਪੀਟੈਟ 1 ਪੇਪਰ ਦੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਇਸ ਟੌਪਿਕ ਦੇ ਵਿੱਚ ਟੌਪਿਕ ਈਵੀਐਸ ਦਾ ਟੌਪਿਕ ਤੁਹਾਡਾ ਆਪਣਾ 30 ਮਾਰਕਸ ਦਾ ਆਏਗਾ ਫਿਲਹਾਲ। ਠੀਕ ਹੈ ਜੀ, 30 ਮਾਰਕਸ ਵਿੱਚ ਵੀ ਬਾਈਫਰਕੇਸ਼ਨ ਕੀਤੀ ਗਈ ਹੈ ਜਿਸ ਚ ਈਵੀਐਸ ਦੀ ਬੇਸਿਕ ਨੌਲੇਜ ਦੀ ਅਗਰ ਗੱਲ ਕਰਾਂ ਤੁਹਾਡੇ ਵਾਸਤੇ 18 ਮਾਰਕਸ ਰੱਖਿਆ ਗਿਆ ਹੈ और ईवीएस ਜਿਹੜੇ ਤੁਹਾਡੇ ਆਪਣੇ ਪੈਡਾਗੋਜੀ ਦੇ ਇਸ਼ੂਜ਼ ਨੇ ਉਹ ਤੁਹਾਡੇ ਆਪਣੇ ਟੋਟਲ 12 ਮਾਰਕਸ ਤੇ ਰੱਖੇ ਗਏ ਨੇ, 12 ਨੰਬਰ ਤੇ ਰੱਖੇ ਗਏ ਨੇ। ਅਗਰ ਇਸ 12 ਨੰਬਰ ਦੀ ਮੈਂ ਗੱਲ ਕਰਾਂ ਤਾਂ ਇੱਕ ਅਬਾਊਟ ਅਗਰ ਤੁਸੀਂ ਸਿਲੇਬਸ ਵੀ ਚੈੱਕ ਕੀਤਾ ਹੋਏਗਾ ਪੀਟੈਟ 1 ਦਾ ਈवीएस ਤੇ ਪੈਡਾਗੋਜੀ ਇਸ਼ੂਜ਼ ਦਾ ਜਾਂ ਈਵਨ ਕਿ ਈवीएस ਦਾ, ਤਾਂ ਇਹਦੇ ਵਿੱਚ ਅਗਰ ਜਿਹੜਾ 12 ਨੰਬਰ ਦਾ ਤੁਹਾਡਾ ਆਪਣਾ ਟੌਪਿਕ ਆਇਆ ਹੋਇਆ ਉਹਦੇ ਵਿੱਚ ਟੋਟਲ ਇਸ਼ੂਜ਼ ਵੀ ਉਹਨਾਂ ਨੇ ਕਿੰਨੇ ਪੁੱਛੇ ਹੋਏ ਨੇ, 12 ਇਸ਼ੂਜ਼ ਪੁੱਛੇ ਗਏ ਨੇ। ਹੁਣ ਅਗਰ ਸਾਈਮਲਟੇਨੀਅਸਲੀ ਇਸ ਚੀਜ਼ ਮੈਂ ਗੱਲ ਕਰਾਂ ਤੁਹਾਡੇ ਸਾਹਮਣੇ ਤਾਂ इस टॉपिक ਨੂੰ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ 12 ਨੰਬਰ ਦੇ ਅਕੋਰਡਿੰਗ और 12 ਹੀ ਟੌਪਿਕ ਰੱਖੇ ਗਏ ਨੇ। ਤਾਂ ਮੰਨ ਕੇ ਚੱਲਦੇ ਆ ਕਿ ਅਗਰ 10 ਟੌਪਿਕ ਅਗਰ 12 ਦੇ ਵਿੱਚੋਂ 12 ਨਹੀਂ ਆਉਂਦੇ ਤਾਂ 10 ਟੌਪਿਕ ਇਸ ਇਸ਼ੂਜ਼ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ, ਆਈ ਮੀਨ ਟੂ ਸੇ ਕੁਐਸਚਨ ਪੁੱਛੇ ਜਾ ਸਕਦੇ ਨੇ। ਤਾਂ ਜਿਸ ਦੇ ਵਿੱਚੋਂ ਤੁਹਾਡਾ ਅੱਜ ਨਿਕਲ ਕੇ ਇੱਕ ਟੌਪਿਕ ਆਇਆ ਹੈ ਜੇ ਉਹ ਤੁਹਾਡਾ ਆਪਣਾ ਟੌਪਿਕ ਲਰਨਿੰਗ ਪ੍ਰਿੰਸੀਪਲਸ ਐਂਡ ਥਿਊਰੀਜ਼ ਦਾ ਟੌਪਿਕ ਹੈ। ਠੀਕ ਹੈ ਜੀ, ਇਹਦੇ ਵਿੱਚ ਵੈਸੇ ਆਲਰੇਡੀ ਆਪਾਂ ਥਿਊਰੀਜ਼ ਕਰਕੇ ਆਏ ਹੋਏ ਆ, ਜੀਨ ਪਿਆਜੀ ਥਿਊਰੀ ਕੀਤੀ ਹੋਈ ਹੈ, ਥੌਂਡਰਾਈਟ ਦੀ ਥਿਊਰੀ ਤੁਸੀਂ ਆਲਰੇਡੀ ਕੀਤੀ ਹੋਈ ਹੈ, ਈਵਨ ਕਿ ਤੁਸੀਂ ਮੇਰੇ ਨਾਲ ਐਲਫਰਡ ਬੰਡੂਰਾ ਦੀ ਥਿਊਰੀ ਕੀਤੀ ਹੋਈ ਹੈ। ਇਹ ਆਲਰੇਡੀ ਥਿਊਰੀਜ਼ ਆਪਣੀ ਹੋਈ ਵੀਆਂ ਨੇ। ਠੀਕ ਹੈ, ਬਟ ਫਿਰ ਵੀ ਈਵੀਐਸ ਦੇ ਟੌਪਿਕ ਦੇ ਵਿੱਚ ਇਸ ਟੌਪਿਕ ਨੂੰ ਰੱਖਿਆ ਗਿਆ ਸੀ ਲਰਨਿੰਗ ਪ੍ਰਿੰਸੀਪਲ ਐਂਡ ਥਿਊਰੀਜ਼ ਨੂੰ, ਜਿਹਦੇ ਵਿੱਚੋਂ ਕੁਐਸਚਨਸ ਅਗਰ ਮੈਂ ਗੱਲ ਕਰਾਂ ਕੁਐਸਚਨ ਪੁੱਛਿਆ ਜਾਂਦਾ ਹੈ ਲੇਕਿਨ ਹਮੇਸ਼ਾ ਇੱਕ ਕਨਫਿਊਜ਼ਿੰਗ ਕੁਐਸਚਨ ਪੁੱਛੇ ਜਾਂਦੇ ਨੇ ਜਿਸ ਤੇ ਬੱਚੇ ਬਹੁਤ ਜ਼ਿਆਦਾ ਕਨਫਿਊਜ਼ਡ ਹੁੰਦੇ ਨੇ कि ये थ्योरी उस बंदे ना रिलेट कर दी कि किस बंदे ना रिलेट करेगी। तो उस थ्योरी चो निकल के आज कुछ टॉपिक की गल करांगे। अप्रोक्सीमेटली 4 थ्योरीज टॉपिक नाल मिलदी जुलदी ने ईवीएस दे नाल कि बच्चे नूं ईवीएस दे पढ़न दे विच किहड़ी-किहड़ी प्रॉब्लम आंदी है क्लास दे विच या फिर किहड़ी-किहड़ी थ्योरीज है तुहानूं ईवीएस नूं पढ़न वास्ते की करेगी बेनिफिट दे सकदी है। टुडे बीइंग हियर द क्लास ऑफ द लर्निंग प्रिंसिपल एंड थ्योरीज, माइसेल्फ इज राहुल गोयल एंड वेलकम टू बाला एजुकेशन पॉइंट। आओ इस टॉपिक दे विच जिहड़ी गल कीती जांदी लर्निंग किहड़े-किहड़े इशूज नाल ईवीएस दे विच बच्चे नूं पढ़न दे विच रिलैक्सिंग नहीं मिलदी है या एग्जिस्टिंग नॉलेज नहीं मिलदी है, लाइकिंग दी गल नहीं कीती जांदी या फिर इन्वायरमेंटल दी गल नहीं कीती जांदी, किहड़े-किहड़े लर्निंग एक्सपैक्ट ने जो बच्चे दे कंटिन्यू वे नाल चलदे वे ने। स्कूल एक बच्चे वास्ते मायने रखदा है, ठीक है, लेकिन कुछ लर्निंग एक्सपैक्ट ने जो बच्चे दे बर्थ लैके बच्चे दी डेथ तक चलदे ने। ਤੁਹਾਡੇ ਵੀ ਮਾਈਂਡ 'ਚ ਬਹੁਤ ਵਾਰੀ ਗੱਲ ਆਈ ਹੋਏਗੀ ਕਿ ਜਿਹੜੀ ਲਰਨਿੰਗ ਦੀ ਥਿਊਰੀ ਹੈ ਉਹ ਸਾਨੂੰ ਸਕੂਲ ਦੇ ਵਿੱਚ ਬੈਠ ਕੇ ਹੀ ਮਿਲ ਜਾਂਦੀ ਹੈ, ਲੇਕਿਨ ਕੁਝ ਨਾ ਕੁਝ ਛੱਡ ਕੇ ਦੇਖਿਆ ਜਾਵੇ ਤਾਂ ਲਰਨਿੰਗ ਆਪਣੇ ਆਪ ਦੇ ਵਿੱਚ ਇੱਕ ਲਿਮਿਟਿਡ ਵੇ ਨਾਲ ਗੱਲ ਕਰਦੀ ਹੈ। ਲਿਮਿਟਿਡ ਵੇ ਦੀ ਅਗਰ ਮੈਂ ਗੱਲ ਕਰਾਂ ਤਾਂ ਸਕੂਲ ਇੱਕ ਸਾਡੇ ਵਾਸਤੇ ਇੱਕ ਏਜ ਪੈਟਰਨ ਹੈ, ਮਤਲਬ 16 ਸਾਲ ਜਾਂ 17 ਸਾਲ ਜਾਂ 18 ਸਾਲ ਤੱਕ ਅਸੀਂ ਸਕੂਲ ਦੇ ਵਿੱਚ ਆਪਣੇ ਟੋਟਲ 18 ਸਾਲ ਜਾਂ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੇ 12ਵੀਂ ਕਲਾਸ ਤੱਕ ਅਸੀਂ ਸਕੂਲ ਦੇ ਵਿੱਚ ਕੱਢਦੇ ਨੇ ਆ ਕਿ ਲਰਨਿੰਗ ਉੱਥੇ ਖਤਮ ਹੋ ਜੂਗੀ ਤਾਂ ਨਹੀਂ। ਤਾਂ ਗੱਲ ਕਰੀਏ ਲਰਨਿੰਗ ਦੇ ਪ੍ਰਿੰਸੀਪਲਸ ਤੇ ਥਿਊਰੀਜ਼ ਨੂੰ ਲੈ ਕੇ ਤਾਂ ਇਹਦੇ ਵਿੱਚ ਇਹ ਟੌਪਿਕ ਦੀ ਗੱਲ ਕੀਤੀ ਗਈ ਹੈ ਤੁਹਾਡੇ ਨਾਲ ਔਰ ਡਿਫਰੈਂਟ ਫਿਲਾਸਫਰਸ ਨੇ ਗੱਲ ਕੀਤੀ ਗਈ ਹੈ, ਡਿਫਰੈਂਟ ਥਿਊਰੀਸਟ ਨੇ ਗੱਲ ਕੀਤੀ ਗਈ ਹੈ ਕਿ ਇੱਕ ਬੱਚੇ ਜਿਹੜੀ ਲਰਨਿੰਗ ਐਕਸਪੈਕਟ ਹੈ ਜਾਂ ਮੈਂ ਗੱਲ ਕਰਾਂ ਫੈਕਟ ਹੈ ਜਾਂ ਮੈਂ ਗੱਲ ਕਰਾਂ ਨੌਲੇਜ ਦੀ ਜਾਂ ਬਿਹੇਵੀਅਰ ਦੀ, ਠੀਕ ਹੈ, ਉਹ ਸ਼ੇਪ ਕਿਵੇਂ ਦੇਗਾ। ਤਾਂ ਧਿਆਨ ਰੱਖਣਾ ਇਸ ਦੇ ਵਿੱਚ ਟੌਪਿਕ ਜਿਹੜਾ ਤੁਹਾਡੇ ਦਿੱਤਾ ਹੋਇਆ 2 ਟੌਪਿਕ ਸਾਈਮਲਟੇਨੀਅਸਲੀ ਉਹਨਾਂ ਨੇ ਗਿਵਨ ਕੀਤੇ ਹੋਏ ਨੇ ਇਹਦੇ ਵਿੱਚ ਸਿਲੇਬਸ ਦੇ ਵਿੱਚ। ਤਾਂ ਲਰਨਿੰਗ ਦੇ ਜਿਹੜੇ ਤੁਹਾਡੇ ਆਪਣੇ ਪ੍ਰਿੰਸੀਪਲਸ ਨੇ ਜੋ ਇੱਕ ਕਹਿ ਸਕਦੇ ਆ ਫੈਕਟ ਉੱਤੇ ਬੇਸਡ ਹੁੰਦੇ ਨੇ, ਰੂਲਸ ਉੱਤੇ ਬੇਸਡ ਹੁੰਦੇ ਨੇ ਜਾਂ ਵੈਲਿਊਜ਼ ਉੱਤੇ ਬੇਸਡ ਹੁੰਦੇ ਨੇ, ਜਿਹਨੂੰ ਪੰਜਾਬੀ 'ਚ ਆਪਾਂ ਸਿਧਾਂਤ ਬੋਲਦੇ ਨੇ, ਸਿਧਾਂਤਾਂ ਉੱਤੇ ਬੇਸਡ ਹੁੰਦੇ ਨੇ। ਤਾਂ ਲਰਨਿੰਗ ਪ੍ਰਿੰਸੀਪਲਸ ਕਿਹੜੇ ਨੇ, ਆਈ ਮੀਨ ਟੂ ਸੇ ਦੂਸਰੀ ਗੱਲ ਇਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਥਿਊਰੀਜ਼ ਕਿਹੜੀਆਂ ਨੇ। ਈਵੀਐਸ ਨੂੰ ਪੜ੍ਹਨ ਵਾਸਤੇ ਬੱਚਾ ਰਿਲੈਕਸ ਮਾਈਂਡ ਨਾਲ ਨਹੀਂ ਪੜ੍ਹ ਪਾਉਂਦਾ। ਅਸੀਂ ਹਿਊਮਨ ਕ੍ਰੀਏਚਰ ਆ ਜੋ ਇੱਕ ਕਹਿ ਸਕਦੇ ਬਣਾਵਟੀ ਆਰਟੀਫਿਸ਼ੀਅਲ ਦੁਨੀਆ ਦੇ ਵਿੱਚ ਰਹਿੰਦੇ ਹੋਏ ਆ, ਤਾਂ ਉਹਦੇ ਵਿੱਚ ਜਿਹੜੀ ਲਰਨਿੰਗ ਹੈ ਇੱਕ ਹਿਊਮਨ ਕ੍ਰੀਏਚਰ ਦੇ ਵਿੱਚ ਜਾਂ ਲਿਵਿੰਗ ਕ੍ਰੀਏਚਰ ਦੇ ਵਿੱਚ ਕਿਸ ਤਰ੍ਹਾਂ ਚੇਂਜ ਲੈ ਕੇ ਆਉਂਦੀ ਹੈ, ਤੁਹਾਡੇ ਬਿਹੇਵੀਅਰ ਨੂੰ ਕਿਸ ਤਰ੍ਹਾਂ ਸ਼ੇਪ ਦਿੱਤੀ ਜਾਂਦੀ ਹੈ। ਠੀਕ ਹੈ, ਇਨਵਾਇਰਨਮੈਂਟ ਤੁਸੀਂ ਸਾਰੇ ਜਾਣਦੇ ਹੋ ਕੀ ਹੁੰਦਾ ਹੈ, 2 ਤਰ੍ਹਾਂ ਦੇ ਇਨਵਾਇਰਨਮੈਂਟ ਹੁੰਦੇ ਨੇ, ਬਾਇਓਟਿਕ ਔਰ ਅਬਾਇਓਟਿਕ ਦੀ ਗੱਲ ਕੀਤੀ ਜਾਂਦੀ ਹੈ। ਜਾਂ ਫਿਰ ਅਗਰ ਮੈਂ ਗੱਲ ਕਰਾਂ ਇਸ ਬਾਇਓਟਿਕ ਔਰ ਅਬਾਇਓਟਿਕ ਦੀ ਐਗਜ਼ਿਸਟਿੰਗ ਨੌਲੇਜ ਤੁਹਾਨੂੰ ਸਭ ਨੂੰ ਪਤਾ ਹੈ, ਨੌਲੇਜ ਤੁਹਾਨੂੰ ਸਭ ਨੂੰ ਪਤਾ ਕਿ ਐਕਚੁਅਲ ਦੇ ਵਿੱਚ ਹੁੰਦੇ ਕਿਹੜੇ, ਭੌਤਿਕ ਇਨਵਾਇਰਨਮੈਂਟ ਕਿਹੜਾ ਹੁੰਦਾ, ਅਭੌਤਿਕ ਕਿਹੜਾ ਹੁੰਦਾ, लेकिन फिर भी कुछ ना कुछ इशूज बनते हैं। आओ इस इशू नाल स्टार्ट करांगे। पहली गल तो मैं इशूज डायरैक्ट वे नाल तुहाडे नाल गल नहीं करूंगा, मैं गल करूंगा फिलहाल तुहाडे नाल इस इशू लैके कि लर्निंग तुहाडे नाल पहली गल हुंदी की है। मैं तुहानूं गल कीती सी लर्निंग तुहाडे नाल 2 वे नाल गल करदी है। एक तो तुसीं लर्निंग अपने स्कूल दे विच ला लैंदे हो
ठीक है, स्कूल साडे वास्ते एक लिमिटेड टर्म है। 16 साल जिंदगी स्कूल च निकल जाते हैं, 18 साल निकल जाते हैं, लेकिन लर्निंग साडे वास्ते गल करिए तो बिहेवियर च चेंज लेना एक स्कूल तक, आई मीन टू से गल करिए तो स्कूल तक इस चीज़ ਨੂੰ ਅਸੀਂ लिमिट नहीं कह सकते। लर्निंग सानू जिंदगी के पड़ाव ਦੇ ਵਿੱਚ ਲੈ ਕੇ ਜਾਂਦੀ है, जिमें कि जीन पियाजे ने कहा सीगा, विगोस्की ने कहा सीगा। थॉर्नडाइक ने अपने लर्निंग उत्ते बहुत सारे लॉ दिते ने, ईवन कि उन्हें चलो 2 ही लॉ ने, एक प्राइमरी लॉ एक साडे वास्ते सैकेंडरी लॉ है। प्राइमरी लॉ च 3 लॉ पढ़े ने, सैकेंडरी दे विच आपां 5 पढ़े ने। फिलहाल काफ़ी सारे बंदियां ने अपनी थ्योरी दी लर्निंग दित्तियां ने, लेकिन हट के कुछ इन्हां बंदियां ने गल कीती सी कि एक बंदे दे बिहेवियर नूं किवें शेप दित्ती जाऊगी। तो जिमें कि फर्स्ट लाइन च तुहाडे पहले ही गल कीती गई है कि जिहड़ा लर्निंग दी जाती है, बच्चे की जिहड़ी लर्निंग का कंसैप्ट कंप्लीट किया जाता है, वो कितों किया जाता है, बच्चे के बर्थ तो लैके टिल बच्चे की कितने तक जाता है, डेथ तक जाता है। तो कई के माइंड के होगा कि माँ के पेट तो स्टार्ट होंगे ने या बच्चे की कबर तक लेके जाते हैं, वो भी ठीक है। जो वॉर्म तो लैके सानू कितने तक लेके जाती है, टॉम तक लेके जाती है। तो लर्निंग प्रिंसीपल जिहड़े तुहाडे वास्ते हैगे आ, स्कूल एक तरह का हैल्पिंग वर्क कह सकते कि स्कूल काम दिंदा है, लेकिन मेनली अगर मैं गल करा जो थोड़े अपनी लर्निंग का एक्सपैक्ट है, बच्चे कितने तक लेके जाऊगा, बच्चे बर्थ तो लैके टिल कितने तक लेके जाता है, डेथ तक। जो साडे वास्ते कह सकते कि कंटिन्यूस प्रोसैस है, एक कभी खत्म होने वाली प्रोसैस नहीं है, वन टाइम स्टॉपेज नहीं है, एक कंटिन्यू की होती जाती है, चलती रहती है। ठीक है, जिमें बच्चे की ग्रोथ हौली हौली चलती रहती है, डिवेलपमेंट होती रहती है, उवें लर्निंग के जो एस्पैक्ट ने या फिर कह सकते कि तत्थ ने वो भी कंटिन्यूसली की होती जाते बच्चे के इंटरलाइज होते जाते हैं, धारणा होती जाती उस चीज़ को किवें अडाप्ट करता बच्चा इस इन्वायरमेंट को जो आसे पासे साडे चलदा पिया है, चाहे जो असीं जिस इन्वायरमेंट विचरते पे हैं या जाने पे हैं उसनूं किवें अडाप्ट करेगा, वो साडे वास्ते एक तरह की है लर्निंग प्रिंसीपल्स ने। और दूसरी गल लर्निंग में ये नहीं गल करूँगा, बहुत बार पेपर च क्वेश्चन पूछा गया सीगा कि लर्निंग साडे वास्ते की हुंदी है, तो ध्यान रखना लर्निंग साडे वास्ते एक प्रोसैस का काम करती है, ना कि साडे वास्ते प्रोडक्ट का काम करूगी। ध्यान रखना, प्रोसैस का काम करूगी, ना कि साडे वास्ते प्रोडक्ट का काम करूगी। बहुत बारी मैं दस्या भी है कि प्रोडक्ट जिहड़ा हैगा, आई मीन टू लर्निंग जिहड़ी होगी वो साडे वास्ते प्रोडक्ट हुंदी है, प्रोसैस हुंदी है, ना कि प्रोडक्ट होएगी। तो ध्यान रखना लर्निंग साडे वास्ते प्रोसैस है, ये साडे वास्ते किहड़ी-किहड़ी चीज़ां लेके आंदी है, तो 2-3 वर्ड्स लिखे हुए ने तुहाडे सामने, उन्होंने ध्यान रखना। जिहड़ी साडे वास्ते एग्जिस्टिंग नॉलेज हैगी है, जो नॉलेज मैनूं मिली हुई है ऑलरेडी, उसनूं दुबारा तो की किया जाता है, रीकास्ट किया जाता है। ठीक है, एग्जिस्टिंग नॉलेज मेरे पास है, उन्होंने दोबारा तो रीबिल्ड करना या ਉਹਦੇ ਵਿੱਚ ਮੋਡੀਫਿਕੇਸ਼ਨ करना, वो भी साडे वास्ते एक तरह की है लर्निंग है। ठीक है, बिहेवियर ਦੇ ਵਿੱਚ चेंज लेके आती है, साडी स्किल पाथ ਦੇ ਵਿੱਚ चेंज लेके आती है, वैल्यूज़ ਦੇ ਵਿੱਚ चेंज लेके आती है। लाइकिंग हमेशा एक दिन बराबर दी नहीं रहती, लाइकिंग जिहड़ी है चेंज होती जाती है, वो किवें होगी, जो ऑब्वियस सानू की होनी चाहिए है, नॉलेज होएगी। तो ध्यान रखना जो भी गल की कहते तुहाडे अपने लर्निंग द एक्सपैक्ट नूं, तो कुछ चीज़ां निकल के आंदियां ने जो साडे वास्ते कंपलसरी भी ने। ठीक है, अगर तुहाडे अपनी लर्निंग दे विच चेंज ना आया तो तुसीं 1 मिनट आएगा कि तुसीं अपने पुराने मतलब कि जो भी तुहाडे अंदर पहली चीज़ भरी हुई है या दित्ती गई है तुहानूं अपने पेरेंट्स से करनी तो या अपने स्कूल से करनी तो या अपने इन्वायरमेंट से करनी तो वही चीज़ तुहाडे पास की रहूगी, बनी रहूगी। लेकिन ध्यान रखना इन्वायरमेंट परमानेंटली एक जाइजा नहीं हुंदा, जिहड़ा इन्वायरमेंट साडे वास्ते डायनेमिक नेचर दा है। डायनेमिक मतलब कंटीन्यूसली चेंज होने वाला है। तो एक बारी जो तुहानूं लगता है कि लर्निंग साडे वास्ते कंपलसरी नहीं हैगी, पर ध्यान रखना लर्निंग साडे वास्ते जरूर इन्वायरमेंटल तो हैगी है। पेपर से पूछते ने इन्वायरमेंट लेके क्वेश्चन आंदा है, इस करके तुहानूं पहला समझा रहे हैं लर्निंग अगर कंपलसरी नहीं हैगी तो लर्निंग साडे वास्ते की है, इन्वायरमेंटल है। इन्वायरमेंट तुहानूं सब नूं पता है, क्योंकि जिहड़ी चीज़ां साडे आसे पासे विचरदी पईआं ने या असीं संसार च विचरदे पए हां, वही सानू कुछ ना कुछ की दसदे ने अपने राइट्स बारे, साडे अपने रॉन्ग्स बारे, किहड़ी जगह तुहाडे वास्ते गलत है, किहड़ी जगह तुहाडे वास्ते सही है, किहड़ा फुटपाथ उन्हें चढ़ना है, किहड़ा फुटपाथ उन्हें उतरना है, और परमानेंटली तुहानूं सिखा दिता जांदा। उसनूं असीं की बोलदे आ, लर्निंग बोलदे आ। अगर मैं नीचे गल करा तुहाडे नाल तो डिफरेंट डेफिनेशंस दित्ती गईयां ने, जो डिफरेंट वे नाल हर एक बंदे ने लर्निंग दे एक्सपैक्ट्स नूं बयान किया अपने आप नूं लैके। तो पहली गल तो करूँगा JP गिलफर्ड का, इन्हां दा नाम भुल्लिया नहीं जा सकता। लर्निंग दे बिहेवियर दे विच चेंज लेना इन्हां ने गल कीती सी, जिवें कि स्क्रीन दे उत्ते तुसीं इन्हां दी डेफिनेशन दे सकदे हो कि JP गिलफर्ड द्वारा की दस्सिया गया सीगा कि लर्निंग साडे वास्ते की लेके आंदी है, चेंज लेके आंदी है, किहदे विच बिहेवियर दे विच,
ਉਹ ਕਿਹੜਾ ਬਿਹੇਵੀਅਰ ਹੋਊਗਾ, ਜਿਹੜਾ ਸਾਡੇ ਵਾਸਤੇ ਪੁਰਾਣੇ ਵਾਲਾ ਬਿਹੇਵੀਅਰ ਹੋਊਗਾ, ਐਗਜ਼ਿਸਟਿੰਗ ਬਿਹੇਵੀਅਰ ਹੋਊਗਾ। ਠੀਕ ਹੈ, ਕੋਈ ਪੁਰਾਣਾ ਬਿਹੇਵੀਅਰ ਹੈ, ਨਵੀਂ ਨੌਲੇਜ ਸੁਣਨ ਨੂੰ ਮਿਲੀ ਹੈ, ਦੇਖਣ ਨੂੰ ਮਿਲੀ ਹੈ, ਪਰਖਣ ਨੂੰ ਮਿਲੀ ਹੈ, ਉਹੀ ਨੌਲੇਜ ਜਾਂ ਬਿਹੇਵੀਅਰ ਨੂੰ ਮੈਂ ਕੀ ਕਰਤਾ, ਦੁਬਾਰਾ ਤੋਂ ਮੋਡੀਫਾਈ ਕੀਤਾ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਚੇਂਜ ਇਨ ਬਿਹੇਵੀਅਰ ਬੋਲਾਂਗੇ। ਠੀਕ ਹੈ, ਬਹੁਤ ਸਾਰੇ ਨਾਮ ਦਿੱਤੇ ਹੋਏ ਨੇ, ਜਿਵੇਂ ਕਿ ਤੁਹਾਡੇ ਸਾਹਮਣੇ ਜੇਪੀ ਗਿਲਫਰਡ ਫਸਟ ਨਾਮ ਹੋ ਗਿਆ, ਜਿਨ੍ਹਾਂ ਨੇ ਦਿੱਤਾ ਸੀ ਲਰਨਿੰਗ ਦੇ, ਕਹਿ ਸਕਦੇ ਕਿ ਬਿਹੇਵੀਅਰ ਦੇ ਵਿੱਚ ਚੇਂਜ ਲੈ ਕੇ ਆਉਂਦੀ ਹੈ। ਔਰ ਦੂਸਰੀ ਗੱਲ ਕਰਾਂ ਮੈਂ ਤੁਹਾਡੇ ਨਾਲ, ਇਹਨਾਂ ਨੇ ਗੱਲ ਕੀਤੀ ਸੀ ਚਾਰਲਸ ਈ ਸਕਿਨਰ ਨੇ, ਇਹਨਾਂ ਨੇ ਵੀ ਗੱਲ ਕੀਤੀ ਸੀ ਕਿ ਜਿਹੜਾ ਲਰਨਿੰਗ ਹੈ ਸਾਡੇ ਵਾਸਤੇ ਕੀ ਹੋਏਗੀ, ਇੱਕ ਤਰ੍ਹਾਂ ਦੀ ਹੈ ਪ੍ਰੋਗਰੈਸਿਵ ਬਿਹੇਵੀਅਰ ਹੋਊਗਾ। ਧਿਆਨ ਰੱਖਣਾ, ਪ੍ਰੋਗਰੈਸਿਵ ਦਾ ਮਤਲਬ ਹੋਊਗਾ ਕਿ ਇੱਕ ਪਾਸੇ ਖੜਾ ਵਾਲਾ ਨਹੀਂ ਹੋਊਗਾ, ਸਟੈਗਨੈਂਟ ਬਿਹੇਵੀਅਰ ਨਹੀਂ ਹੋਊਗਾ, ਜਿਹੜਾ ਬਿਹੇਵੀਅਰ ਹੋਊਗਾ ਆਪਣੇ ਆਪ 'ਚ ਪ੍ਰੋਗਰੈਸਿਵ ਹੋਊਗਾ, ਚੱਲਦਾ ਰਹਿਣ ਵਾਲਾ ਤੁਹਾਡਾ ਆਪਣਾ ਬਿਹੇਵੀਅਰ ਹੋਏਗਾ। ਇਹ ਗੱਲ ਕੀਤੀ ਤੁਹਾਡੇ ਆਪਣੇ ਚਾਰਲਸ ਈ ਸਕਿਨਰ ਨੇ। ਇਹ ਧਿਆਨ ਰੱਖਣਾ, ਡਿਫਰੈਂਟ ਆਥਰਸ ਨੇ ਗੱਲ ਕੀਤੀ ਇਸ ਚੀਜ਼ ਨੂੰ ਲੈ ਕੇ, ਜਿਵੇਂ ਕਿ ਥਰਡ ਡੈਫੀਨੇਸ਼ਨ ਦਿੱਤੀ ਗਈ ਕਰੋ ਐਂਡ ਕਰੋ ਦੀ, ਜਿਵੇਂ ਕਿ ਬੀਐਡ ਦੇ ਵਿੱਚ ਆਲਰੇਡੀ ਜਦੋਂ ਬੁੱਕਸ ਆਉਂਦੀਆਂ ਸੀ ਜਾਂ ਤੁਹਾਨੇ ਪੜ੍ਹੀ ਵੀ ਹੋਣਗੀਆਂ, ਸਭ ਤੋਂ ਪਹਿਲਾਂ ਵਰਡ ਦਿੱਤਾ ਹੀ ਹੁੰਦਾ ਸੀ ਕਰੋ ਐਂਡ ਕਰੋ ਕੇ ਦੁਆਰਾ ਦੀ ਹੋਈ ਡੈਫੀਨੇਸ਼ਨ। ਠੀਕ ਹੈ, ਉਹ ਤੁਹਾਡੇ ਸਾਹਮਣੇ ਦਿੱਤੀ ਵੀ ਹੈ, ਜੋ ਇੱਕ ਤਰ੍ਹਾਂ ਦੀ ਕਹਿ ਸਕਦਾ ਕਿ ਇੱਕ ਸੈਲਫ ਗਾਈਡੈਂਸ ਦਿੰਦੀ ਹੈ, ਤੁਹਾਨੂੰ ਵੀ ਦਊਗੀ ਔਰ ਮੈਨੂੰ ਤਾਂ ਦਿੰਦੀ ਵੀ ਹੈ ਫਿਲਹਾਲ। ਤਾਂ ਲਰਨਿੰਗ ਸਾਡੇ ਵਾਸਤੇ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਇਕੁਇਜ਼ੇਸ਼ਨ ਹੁੰਦੀ ਹੈ। ਇਕੁਇਜ਼ੇਸ਼ਨ ਮਤਲਬ ਅਸੀਂ ਕਿਹੜੀ ਚੀਜ਼ਾਂ ਇਨਵਾਇਰਨਮੈਂਟ ਤੋਂ ਪ੍ਰਾਪਤ ਕਰਦੇ ਹਾਂ, ਜਾਂ ਕਹਿ ਸਕਦੇ ਇਨਵਾਇਰਨਮੈਂਟ ਤੋਂ ਪ੍ਰਾਪਤ ਕਰਕੇ ਅਸੀਂ ਆਪਣੇ ਅੰਦਰ ਉਸ ਚੀਜ਼ ਵਿੱਚ ਚੇਂਜ ਲੈ ਕੇ ਆਉਂਦੇ ਹਾਂ, ਜਾਂ ਚਾਹੇ ਮੇਰੇ ਵਾਸਤੇ ਉਹ ਹੈਬਿਟਸ ਹੋਣ, ਜਾਂ ਮੇਰੇ ਵਾਸਤੇ ਉਹ ਚੀਜ਼ ਨੌਲੇਜ ਦਾ ਕੰਮ ਕਰਦੀ ਹੋਵੇ, ਜਾਂ ਮੇਰੇ ਵਾਸਤੇ ਕਾਹਦਾ ਕੰਮ ਕਰਦੀ ਹੋਵੇ, ਐਟੀਟਿਊਡ ਦਾ। ਤਾਂ ਜਿਵੇਂ ਕਿ ਸਕਰੀਨ ਦੇ ਦਿੱਤੇ ਤੁਸੀਂ ਦੇਖ ਹੀ ਰਹੇ ਹੋਗੇ ਫਿਲਹਾਲ ਕਿ ਜੇਪੀ ਗਿਲਫਰਡ ਨੇ ਕੀ ਕਿਹਾ, ਚਾਰਲਸ ਸਕਿਨਰ ਨੇ ਕੀ ਕਿਹਾ, ਕਰੋ ਐਂਡ ਕਰੋ ਨੇ ਕੀ ਕਿਹਾ, ਔਰ ਨੈਕਸਟ ਤੁਹਾਡੇ ਵਾਸਤੇ ਆਉਂਦੇ ਵੁਡਸਵਰਥ ਦੀ ਡੈਫੀਨੇਸ਼ਨ, ਜੋ ਇੱਕ ਲਰਨਿੰਗ ਦੇ ਐਸਪੈਕਟ ਨੂੰ ਅਲੱਗ ਤਰੀਕੇ ਨਾਲ ਦੱਸਦੀ ਹੈ। ਤਾਂ ਇਹਨਾਂ ਦੁਆਰਾ ਇੱਕ ਬਹੁਤ ਵਧੀਆ ਵਰਡ ਕਿਹਾ ਗਿਆ ਸੀਗਾ, ਉਹ ਸ਼ਾਨਦਾਰ ਵਰਡ ਕੀ ਤੁਹਾਡੇ ਵਾਸਤੇ, ਕਿ ਜਿਹੜਾ ਬੱਚਾ ਹੋਣਾ ਚਾਹੁੰਦਾ ਹੈ, ਬੱਚੇ ਦੇ ਅੰਦਰ ਜਿਹੜਾ ਐਕਸਪੈਕਟ ਹੋਣਾ ਚਾਹੁੰਦਾ ਹੈ, ਉਹ ਕਿਹੜਾ ਐਕਸਪੈਕਟ ਹੋਣਾ ਚਾਹੁੰਦਾ ਹੈ, ਲਰਨਿੰਗ ਬਾਈ ਡੂਇੰਗ ਦਾ ਕੰਸੈਪਟ ਹੋਣਾ ਚਾਹੁੰਦਾ ਹੈ। ਬੱਚਾ ਖੁਦ ਕਰੂਗਾ, ਬੱਚਾ ਖੁਦ ਸਿੱਖੂਗਾ, ਬਸ ਬੱਚੇ ਨੂੰ ਥੋੜੀ ਕੀ ਦਿੱਤੀ ਜਾਊਗੀ, ਇਕੱਲੀ ਹੈਲਪ ਦਿੱਤੀ ਜਾਊਗੀ। ਜਿਸ ਤਰ੍ਹਾਂ ਤੁਸੀਂ ਬੱਚੇ ਨੂੰ ਹੈਲਪ ਦਓਗੇ, ਬੱਚੇ 'ਚ ਇੱਕ ਪ੍ਰਕਾਰ ਆਊਗੀ, ਕਹਿ ਸਕਦੇ ਕਿ ਟਾਈਪ ਆਊਗੀ, ਜਿਹਨੂੰ ਅਸੀਂ ਕੀ ਬੋਲਦੇ ਆ, ਲਰਨਿੰਗ ਬਾਈ ਡੂਇੰਗ। ਵੈਸੇ ਲਰਨਿੰਗ ਬਾਈ ਡੂਇੰਗ ਦਾ ਫੈਕਟ ਕਿਸੇ ਹੋਰ ਨੇ ਦਿੱਤਾ ਸੀਗਾ, ਲੇਕਿਨ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਨਵਾਂ ਸੁਣਨ ਨੂੰ ਮਿਲਦਾ ਹੈ, ਤੁਸੀਂ ਇੱਕ ਨਵੇਂ ਚੀਜ਼ ਤਰੀਕੇ ਨਾਲ ਸ਼ੁਰੂਆਤ ਕਰਦੇ ਹੋ, ਤਾਂ ਵੀ ਸਾਡੇ ਵਾਸਤੇ ਕੀ ਬਣ ਜਾਂਦਾ, ਲਰਨਿੰਗ ਬਾਈ ਡੂਇੰਗ ਬਣ ਜਾਂਦਾ। ਕੁਝ ਕਰਨਾ, ਨਵੀਂ ਚੀਜ਼ ਨੂੰ ਕਰਨਾ, ਜੋ ਸਾਨੂੰ ਅੰਦਰੋਂ ਵੀ ਮਿਲੀ ਹੈਲਪ, ਕਿਆ ਕਹਿ ਸਕਦੇ ਅੰਦਰੋਂ ਪੁਸ਼ਅਪ ਹੋਈ ਹੈ ਕਿਸੇ ਚੀਜ਼ ਨੂੰ ਕਰਨ ਵਾਸਤੇ, ਜਾਂ ਬਾਹਰੋਂ ਕਿਸੇ ਸੰਸਾਰ ਦੇ ਬੰਦੇ ਨੇ ਜਾਂ ਕਿਸੇ ਬੰਦੇ ਨੇ ਸਾਨੂੰ ਕੀ ਕੀਤਾ, ਉਸ ਕੰਮ ਨੂੰ ਕਰਨ ਵਾਸਤੇ ਮੋਟੀਵੇਟ ਕੀਤਾ, ਉਹ ਵੀ ਸਾਡੇ ਵਾਸਤੇ ਕੀ ਲੈ ਕੇ ਆਊਗਾ, ਲਰਨਿੰਗ ਬਾਈ ਡੂਇੰਗ ਲੈ ਕੇ ਆਊਗਾ। ਤਾਂ ਮੈਂ ਅਗਰ ਗੱਲ ਕਰਾਂ, ਇਹ ਕਹਿਣਾ ਗਲਤ ਨਹੀਂ ਹੋਏਗਾ ਫਿਲਹਾਲ, ਲਰਨਿੰਗ ਜਿਹੜੀ ਹੈਗੀ ਸਾਨੂੰ ਦੋ ਵੀ ਨਾਲ ਸਾਨੂੰ ਪ੍ਰਾਪਤ ਹੋ ਸਕਦੀ ਹੈ। ਪਹਿਲੀ ਗੱਲ ਤਾਂ ਅੰਦਰੋਂ ਪੁਸ਼ਅਪ ਹੋਣਾ ਜ਼ਰੂਰੀ ਹੈ। ਠੀਕ ਹੈ, ਅੰਦਰੋਂ ਪੁਸ਼ਅਪ ਹੋਏਗਾ ਤਾਂ ਓਬਵੀਅਸਲੀ ਲਰਨਿੰਗ ਸਾਨੂੰ ਬਾਹਰੋਂ ਵੀ ਤਰੀਕੇ ਨਾਲ ਮਿਲ ਸਕਦੀ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਜਦੋਂ ਚੈਪਟਰ ਸਟਾਰਟ ਕੀਤਾ ਸੀ, ਇਸ ਚੀਜ਼ ਉੱਤੇ ਦੱਸਣਾ ਸਟਾਰਟ ਕੀਤਾ ਸੀਗਾ, ਤਾਂ ਮੈਂ ਤੁਹਾਨੂੰ ਇਹੀ ਚੀਜ਼ ਦੱਸੀ ਕਿ ਜਿਹੜੀ ਲਰਨਿੰਗ ਹੈ, ਉਹ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਇੱਕ ਸਕੂਲ ਤੇ ਪ੍ਰਾਪਤ ਹੁੰਦੀ ਹੈ, ਨਹੀਂ, ਸਕੂਲ ਤੇ ਤਾਂ ਪ੍ਰਾਪਤ ਹੁੰਦੀ ਹੈ, ਲੇਕਿਨ ਸਕੂਲ ਕਿਸੇ ਲਿਮਟਿਡ ਵੇ ਨਾਲ ਕੰਮ ਕਰਦਾ ਹੈ। 16 ਘੰਟੇ 16 ਸਾਲ ਅਸੀਂ ਇੱਕ ਕਲਾਸ ਦੇ ਵਿੱਚ ਜਾਂ ਸਕੂਲ ਦੇ ਵਿੱਚ ਕੱਢਦੇ ਨੇ ਆ, ਜਾਂ ਫਿਰ ਕਹਿ ਸਕਦੇ 24 ਘੰਟੇ 'ਚ ਅਸੀਂ 8 ਘੰਟੇ ਸਕੂਲ ਦੇ ਵਿੱਚ ਕੱਢਦੇ ਨੇ ਆ, ਬਾਕੀ ਘੰਟੇ ਜਾਂ ਬਾਕੀ ਸਾਲ ਕਿੱਥੇ ਜਾਂਦੇ ਨੇ, ਉਹ ਸਾਨੂੰ ਕਿੱਥੋਂ ਮਿਲਦੇ ਨੇ, ਆਪਣੇ ਆਊਟਸਾਈਡ ਤੋਂ ਮਿਲਦੇ ਨੇ। ਕਹਿਣਾ ਇਹ ਗਲਤ ਨਹੀਂ ਹੈ ਕਿ ਸਕੂਲ ਨਹੀਂ ਦਿੰਦਾ, ਸਕੂਲ ਲਿਮਟਿਡ ਵੇ ਨਾਲ ਸਾਨੂੰ ਲਰਨਿੰਗ ਐਸਪੈਕਟ ਦਊਗਾ, ਲੇਕਿਨ ਐਕਸਪੀਰੀਅੰਸ ਜਿਹੜਾ ਸਾਨੂੰ ਇਕੱਠਾ ਹੋਊਗਾ, ਕਲੈਕਟ ਹੋਊਗਾ, ਡੇਟਾ ਮਿਲੂਗਾ, ਉਹ ਸਾਨੂੰ ਬਾਹਰੋਂ ਇਨਵਾਇਰਨਮੈਂਟ ਤੋਂ ਬਣੂਗਾ। ਇਸ ਇਨਵਾਇਰਨਮੈਂਟ 'ਚ ਬਹੁਤ ਸਾਰੇ ਬੰਦੇ ਨੇ, ਤੁਹਾਡੇ ਆਪਣੇ ਪੇਰੈਂਟਸ ਆ ਜਾਂਦੇ ਨੇ, ਤੁਹਾਡੇ ਆਪਣੇ ਕਹਿ ਸਕਦੇ ਇੱਕ ਤਰ੍ਹਾਂ ਦਾ ਜੋ ਆਸੇ ਪਾਸੇ ਦੇ ਕਲੋਨੀ ਦੇ ਬੰਦੇ ਨੇ, ਜਾਂ ਜਿਹਨੂੰ ਅਸੀਂ ਕੀ ਬੋਲ ਸਕਦੇ, ਤੁਹਾਡੇ ਆਪਣੇ ਯਾਰ ਦੋਸਤ ਬੋਲ ਸਕਦੇ ਆ, ਜਿਹਨੂੰ ਅਸੀਂ ਪੀਰ ਗਰੁੱਪ ਬੋਲਦੇ ਆ। ਠੀਕ ਹੈ, ਉਹ ਵੀ ਆ ਸਕਦੇ ਨੇ, ਜਾਂ ਈਵਨ ਕਿ ਤੁਹਾਡੇ ਆਪਣੇ ਇਸ ਇਨਵਾਇਰਨਮੈਂਟ ਜਿੱਥੇ ਤੁਹਾਨੂੰ ਆਪਣੀ ਜੌਬ ਕਰਨੀ ਹੈ, ਉੱਥੇ ਤੁਹਾਡਾ ਆਪਣਾ ਆਰਗੇਨਾਈਜੇਸ਼ਨ ਆ ਸਕਦਾ ਹੈ। ਈਵਨ ਕਿ ਬਹੁਤ ਸਾਰੀ ਇਨਵਾਇਰਨਮੈਂਟ ਨੂੰ ਮਿਲ ਕੇ, ਬਹੁਤ ਸਾਰੇ ਕਲੈਕਸ਼ਨ ਆਫ ਪਰਸਨਸ ਨੂੰ ਮਿਲ ਕੇ ਇੱਕ ਇਨਵਾਇਰਨਮੈਂਟ ਬਣਿਆ, ਜਿਹਨੂੰ ਅਸੀਂ ਸੁਸਾਇਟੀ ਬੋਲਦੇ ਆ, ਉਹ ਵੀ ਇਹਦੇ ਵਿੱਚ ਰੱਖੀ ਜਾ ਸਕਦੀ ਹੈ। ਤਾਂ ਧਿਆਨ ਰੱਖਣਾ, ਇਹ ਇਨਵਾਇਰਨਮੈਂਟ ਦਾ ਮਤਲਬ ਇਕੱਲਾ ਇਹ ਨਹੀਂ ਹੈ ਕਿ ਸਕੂਲ ਤੋਂ ਬਾਹਰ ਵਾਲੇ ਮਿਲਣ ਵਾਲੇ ਬੰਦੇ ਇਨਵਾਇਰਨਮੈਂਟ 'ਚ ਰੱਖੇ ਜਾਣਗੇ। ਇਸ ਆਲ ਅਬਾਊਟ ਗੈਦਰਿੰਗ ਆ ਜਾਂਦੀ ਹੈ, ਜਿਸ ਸੁਸਾਇਟੀ ਆ ਗਈ, ਤੁਹਾਡੇ ਆਪਣੇ ਪੇਰੈਂਟਸ ਆ ਗਏ, ਜੌਬ ਆਰਗੇਨਾਈਜੇਸ਼ਨ ਆ ਗਈ, ਈਵਨ ਕਿ ਤੁਹਾਡਾ ਆਪਣਾ ਫਰੈਂਡ ਸਰਕਲ ਵੀ ਆ ਗਿਆ। ਇਹ ਵੀ ਧਿਆਨ ਰੱਖਣਾ। ਠੀਕ ਹੈ, ਨੈਕਸਟ ਅਗਰ ਗੱਲ ਕੀਤੀ ਜਾਂਦੀ ਇਸ ਚੀਜ਼ ਨੂੰ ਲੈ ਕੇ, ਤਾਂ ਲਰਨਿੰਗ ਮੈਂ ਇਹ ਨਹੀਂ ਕਹੂੰਗਾ ਕਿ ਬੋਲ ਕੇ ਲਰਨਿੰਗ ਹੁੰਦੀ ਹੈ, ਲਿਖ ਕੇ ਲਰਨਿੰਗ ਹੋਏਗੀ, ਜਾਂ ਫਿਰ ਐਕਸਪੈਰੀਮੈਂਟ ਕਰਕੇ ਲਰਨਿੰਗ ਹੋਊਗੀ। ਲਰਨਿੰਗ ਕਾਫੀ ਸਾਰੀ ਚੀਜ਼ਾਂ ਦੇ ਨਾਲ ਸਿੱਖੀ ਜਾ ਸਕਦੀ ਹੈ, ਕਾਫੀ ਨੰਬਰ ਆਫ ਵੇਜ਼ ਨੇ ਜਿਸ ਕਰਕੇ ਲਰਨਿੰਗ ਨੂੰ ਐਕਸਪੈਕਟ ਨੂੰ
ਆਪਣੇ ਅੰਦਰ ਜਾਂ ਬੱਚੇ ਜਿਹੜੇ ਹੈਗੇ ਨੇ ਉਸ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਨੇ, ਉਹ ਕਿਹੜੇ ਵੇ ਨੇ ਤੁਹਾਡੇ ਸਾਹਮਣੇ ਦਿੱਤੇ ਹੀ ਹੋਏ ਨੇ। ਫਿਲਹਾਲ ਜਿਹੜੇ ਬੱਚੇ ਹੁੰਦੇ ਨੇ ਨੰਬਰ ਆਫ ਵੇਜ਼ ਨਾਲ ਆਪਣੇ ਥਰੂ ਲਰਨਿੰਗ ਨੂੰ ਅਸੈਪਟ ਕਰਦੇ ਨੇ। ਉਹ ਕਿਹੜੀ ਚੀਜ਼ਾਂ ਹੋ ਸਕਦੀਆਂ ਨੇ, ਜਾਂ ਐਕਸਪੈਰੀਮੈਂਟਿੰਗ ਕੀਤੀ ਜਾਂਦੀ ਹੈ, ਜਾਂ ਡੂਇੰਗ ਕੰਸੈਪਟ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਹੀ ਚੁੱਕਿਆ ਸੀਗਾ। ਰੀਡਿੰਗ ਹੋ ਗਿਆ, ਡਿਸਕਸ਼ਨ ਹੋ ਗਿਆ, ਆਸਕਿੰਗ ਕੁਐਸਚਨ ਹੋ ਗਿਆ, ਲਿਸਨਿੰਗ ਹੋ ਗਈ, ਥਿੰਕਿੰਗ ਹੋ ਗਈ, ਜਾਂ ਇਵਨ ਕਿ ਤੁਹਾਡੇ ਸਾਹਮਣੇ ਡਿਬੇਟੇਬਲ ਕੁਐਸਚਨਸ ਵੀ ਆ ਸਕਦੇ ਨੇ। ਠੀਕ ਹੈ, ਚਾਹੇ ਡਿਬੇਟੇਬਲ ਕੁਐਸਚਨ ਤੁਸੀਂ ਰਾਈਟਿੰਗ ਬੁੱਕ ਦੇ ਵਿੱਚ ਵੀ ਕਰ ਸਕਦੇ ਹੋ, ਜਾਂ ਕਹਿ ਸਕਦੇ ਕਿ ਇੱਕ ਤਰ੍ਹਾਂ ਦੀ ਸਪੀਚ ਵਰਡ ਨਾਲ ਵੀ ਹੋ ਸਕਦੇ ਨੇ। ਇਹ ਸਾਰੀ ਚੀਜ਼ਾਂ ਜਿਹੜੀ ਤੁਹਾਡੇ ਸਾਹਮਣੇ ਰੱਖੀ ਗਈ ਹੈ, ਚਾਹੇ ਡਿਸਕਸ਼ਨ ਰੱਖੀ ਗਈ ਹੈ, ਆਸਕਿੰਗ ਕੁਐਸਚਨ ਰੱਖੇ ਗਏ ਨੇ, ਲਿਸਨਿੰਗ ਰੱਖੀ ਗਈ ਹੈ, ਥਿੰਕਿੰਗ ਰੱਖੀ ਗਈ ਹੈ, ਇਹ ਸਾਰੀ ਤਰ੍ਹਾਂ ਇੱਕ ਤਰ੍ਹਾਂ ਰਿਫਲੈਕਟ ਕਰਦਾ ਤੁਹਾਡੇ ਆਪਣੇ ਬਿਹੇਵੀਅਰ ਨੂੰ। ਜੋ ਤੁਸੀਂ ਆਪਣਾ ਸਿੱਖਿਆ ਜਾਂ ਸਿੱਖ ਰਹੇ ਹੋ ਜਾਂ ਅੱਗੇ ਸਿੱਖੋਗੇ ਵੀ, ਉਹ ਸਾਰੀ ਚੀਜ਼ਾਂ ਇੱਕ ਨੰਬਰ ਆਫ ਵੇਜ਼ ਦੇ ਵਿੱਚ ਰੱਖੀ ਜਾਂਦੀਆਂ ਨੇ। ਮੈਂ ਨਹੀਂ ਕਹੂੰਗਾ ਕੋਈ ਇੱਕ ਚੀਜ਼ ਆਊਗੀ, ਜਾਂ ਬੋਲ ਕੇ ਲਰਨਿੰਗ ਹੋਊਗੀ, ਜਾਂ ਲਿਖ ਕੇ ਲਰਨਿੰਗ ਹੋਊਗੀ, ਰਾਈਟਿੰਗ ਕਰਕੇ ਲਰਨਿੰਗ ਹੋਊਗੀ। ਸਾਰੇ ਕੁਝ ਐਕਸਪੈਕਟ ਦਿੱਤੇ ਹੋਏ ਨੇ ਜੋ ਤੁਹਾਡੇ ਸਾਹਮਣੇ ਨੇ। ਤੁਸੀਂ ਆਪਣੇ ਨੂੰ ਐਕਸਪ੍ਰੈਸ ਵੀ ਕਰਦੇ ਹੋ, ਚਾਹੇ ਬੋਲ ਕੇ ਕਰਦੇ ਹੋ ਜਾਂ ਲਿਖ ਕੇ ਕਰਦੇ ਹੋ, ਉਹ ਵੀ ਚੀਜ਼ਾਂ ਤੁਹਾਡੇ ਵਾਸਤੇ ਕੀ ਲੈ ਕੇ ਆਉਂਦੀ, ਇੱਕ ਤਰ੍ਹਾਂ ਦੀਆਂ ਲਰਨਿੰਗ ਦੇ ਐਕਸਪੈਕਟ ਨੂੰ ਲੈ ਕੇ ਆਉਂਦੀਆਂ ਨੇ। ਤਾਂ ਜ਼ਰੂਰੀ ਹੈ ਇਸ ਕਰਕੇ, ਤਾਂ ਕਿ ਜਿਹੜੀ ਲਰਨਿੰਗ ਹੈ ਉਹ ਸਾਨੂੰ ਹੁੰਦੀ ਰਹੇ, ਜਾਂ ਫਿਰ ਲਰਨਿੰਗ ਅਗਰ ਨਹੀਂ ਵੀ ਹੈਗੀ, ਪੁਰਾਣੀ ਲਰਨਿੰਗ ਹੈ, ਤਾਂ ਨਵੀਂ ਲਰਨਿੰਗ 'ਚ ਕੀ ਕੀਤਾ ਜਾ ਸਕਦਾ ਹੈ, ਇੰਪਰੂਵਮੈਂਟ ਵੀ ਕੀਤਾ ਜਾ ਸਕਦਾ ਹੈ। ਧਿਆਨ ਰੱਖਿਓ, ਕਿਉਂਕਿ ਮੈਂ ਨਹੀਂ ਕਹੂੰਗਾ ਕਿ ਲਰਨਿੰਗ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਾਂ ਪੁਰਾਣਾ ਛੱਡ ਦਿੱਤਾ ਜਾਂਦਾ ਹੈ। ਠੀਕ ਹੈ, ਲਰਨਿੰਗ ਸਾਡੇ ਵਾਸਤੇ ਆਲ ਅਬਾਊਟ ਹੈ। ਜੋ ਪੜ੍ਹਿਆ ਹੋਇਆ ਹੈ ਉਹਨੂੰ ਅੱਗੇ ਲੈ ਕੇ ਚੱਲਦੇ ਹਾਂ, ਉਸ 'ਚ ਇੰਪਰੂਵਮੈਂਟ ਕੀਤੀ ਜਾਂਦੀ ਹੈ। ਜੋ ਸਾਨੂੰ ਸੰਸਾਰ ਤੋਂ ਮਿਲਦਾ, ਚਾਹੇ ਫ੍ਰੀ ਮਿਲਦਾ ਜਾਂ ਪੇਡ ਦੇ ਵਿੱਚ ਮਿਲਦਾ, ਸਾਨੂੰ ਨੌਲੇਜ ਲੈ ਲੈਣੀ ਚਾਹੀਦੀ ਹੈ। ਠੀਕ ਹੈ, ਦਿਮਾਗ ਉਸ ਚੀਜ਼ ਨੂੰ ਰਿਟੇਨ ਕਰਕੇ ਰੱਖੂਗਾ, ਕੀਪ ਆਊਟ ਕਰਕੇ ਰੱਖੂਗਾ। ਲੇਕਿਨ ਜਿਹੜੀ ਅਨਨੈਸੈਸਰੀ ਚੀਜ਼ਾਂ ਨੇ ਜਾਂ ਨੈਸੈਸਰੀ ਚੀਜ਼ਾਂ ਨੇ, ਉਹ ਡਿਪੈਂਡ ਤੁਹਾਡੇ ਆਪਣੇ ਬਿਹੇਵੀਅਰ ਤੇ ਕਰਦੇ ਨੇ, ਕਿਹਨੂੰ ਤੁਸੀਂ ਅਡਾਪਟ ਕਰਨਾ ਹੈ ਜਾਂ ਕਿਹਨੂੰ ਤੁਸੀਂ ਆਪਣਾ ਰਿਜੈਕਟ ਕਰਨਾ ਹੈ। ਤੇ ਧਿਆਨ ਰੱਖਣਾ, ਲਰਨਿੰਗ ਜਿਹੜੀ ਸਾਡੇ ਵਾਸਤੇ ਹੁੰਦੀ ਹੈ ਕਿਸ ਚੀਜ਼ ਦਾ ਕੰਮ ਕਰਦੀ ਹੈ, ਪ੍ਰੋਸੈਸ ਆਫ ਇੰਪਰੂਵਮੈਂਟ ਦਾ ਵੀ ਕੰਮ ਕਰੂਗੀ। ਇੰਪਰੂਵਮੈਂਟ ਕਿਵੇਂ ਹੋਊਗੀ, ਜਿਸ ਚੀਜ਼ ਉੱਤੇ ਕੀ ਕੀਤੀ ਜਾਊਗੀ, ਪ੍ਰੈਕਟਿਸ ਕੀਤੀ ਜਾਊਗੀ। ਮਤਲਬ ਇਸ ਚੀਜ਼ ਦੀ ਗੱਲ ਕੀਤੀ ਗਈ ਉਹਨਾਂ ਨੇ ਡਰਿਲ ਐਂਡ ਪ੍ਰੈਕਟਿਸ ਦੀ। ਇਹੀ ਤਾਂ ਗੱਲ ਕੀਤੀ ਥਿੰਕ ਟਰਾਈਬ ਦੀ ਲਰਨਿੰਗ ਦੇ ਵਿੱਚ ਕਿ ਡਰਿਲ ਐਂਡ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ। ਅਗਰ ਬੱਚਾ ਉਸ ਚੀਜ਼ ਨਾਲ ਪ੍ਰੈਕਟੀਕਲ ਨਹੀਂ ਹੁੰਦਾ ਤਾਂ ਬੱਚਾ ਓਬਵੀਅਸ ਇੰਪਰੂਵਮੈਂਟ ਨਹੀਂ ਲੈ ਕੇ ਆ ਸਕਦਾ। ਅਸੀਂ ਕੁਐਸਚਨ ਬਾਰ-ਬਾਰ ਪੜ੍ਹਦੇ ਰਹਿੰਦੇ ਹਾਂ। ਕਿਉਂ ਪੜ੍ਹਦੇ ਹਾਂ? ਤਾਂ ਕਿ ਉਸ ਚੀਜ਼ ਨੂੰ ਅਸੀਂ ਰੱਟ ਲਈਏ। ਠੀਕ ਹੈ, ਰੱਟ ਕੇ ਓਬਵੀਅਸ ਹੈ ਉਹ ਚੀਜ਼ ਅਗਲੇ ਟਾਈਮ ਤੱਕ ਜਾਂ ਟਿਲ ਫਿਊਚਰ ਤੱਕ ਜਾਂ ਸਾਡੇ ਆਪਣੇ ਖੁਦ ਦੇ ਬੱਚਿਆਂ ਤੱਕ ਯਾਦ ਰਹਿ ਸਕੇ, ਤਾਂ ਸਾਡੇ ਵਾਸਤੇ ਕੀ ਹੁੰਦੀ, ਇੱਕ ਤਰ੍ਹਾਂ ਦੀ ਲਰਨਿੰਗ ਹੁੰਦੀ ਹੈ। ਤਾਂ ਸਾਰੇ ਵੇਜ਼ ਨੇ ਜਿਸ ਕਰਕੇ ਲਰਨਿੰਗ ਨੂੰ ਐਕਚੁਅਲ ਦੇ ਵਿੱਚ ਸਿੱਖਿਆ ਵੀ ਜਾ ਸਕਦਾ ਹੈ। ਅਗਰ ਮੈਂ ਗੱਲ ਕਰਾਂ ਇਸ ਚੀਜ਼ ਨੂੰ ਲੈ ਕੇ ਤਾਂ ਬਹੁਤ ਇੱਕ ਵਧੀਆ ਲਾਈਨ ਲਿਖੀ ਹੋਈ ਤੁਹਾਡੇ ਸਾਹਮਣੇ, ਇੰਪੋਰਟੈਂਟ ਲਾਈਨ ਹੈ ਜੋ ਪੇਪਰ 'ਚ ਪੁੱਛ ਲਿੱਤੀ ਜਾਂਦੀ ਹੈ। ਲਰਨਿੰਗ ਇਜ਼ ਅ ਰਿਵੀਜ਼ਨ ਆਫ ਐਕਸਪੀਰੀਅੰਸਿਸ। ਧਿਆਨ ਰੱਖਣਾ, ਜਿਹੜੀ ਸਾਡੇ ਆਪਣੇ ਐਕਸਪੀਰੀਅੰਸ ਇਕੱਠੇ ਹੋਏ ਹੋਏ ਨੇ, ਪਾਸਟ ਦੇ ਵਿੱਚ ਨੇ, ਕਲੈਕਟ ਕੀਤੇ ਹੋਏ ਨੇ, ਉਹੀ ਪਾਸਟ ਵਾਲੇ ਐਕਸਪੀਰੀਅੰਸ ਨੂੰ ਅਸੀਂ ਰਿਵਾਈਜ਼ ਕਰਦੇ ਹਾਂ। ਰਿਵਾਈਜ਼ ਕਹਿਣਾ ਇਹ ਨਹੀਂ ਮੈਂ ਕਹੂੰਗਾ ਕਿ ਹਾਂ ਉਹਨੂੰ ਯਾਦ ਕਰਦੇ ਰਹਿੰਦੇ ਹਾਂ। ਪੁਰਾਣੀ ਮੁਸੀਬਤ ਨੂੰ ਅਗਰ ਫਿਊਚਰ 'ਚ ਉਹੀ ਮੁਸੀਬਤ ਸੇਮ ਆ ਜਾਂਦੀ ਹੈ ਤਾਂ ਅਸੀਂ ਪੁਰਾਣੇ ਵਾਲਾ ਜਿਹੜਾ ਡਿਸੀਜ਼ਨ ਹੋਏਗਾ ਜਾਂ ਲਰਨਿੰਗ ਹੋਏਗਾ ਉਹਨੂੰ ਅਸੀਂ ਕੀ ਕਰਦੇ, ਉਸ ਚੀਜ਼ ਦੇ ਵਿੱਚ ਅਪਲਾਈ ਕਰਦੇ ਹਾਂ। ਅਗਰ ਤੁਹਾਡੇ ਸਾਹਮਣੇ ਕੋਈ ਪੁਰਾਣੀ ਕੋਈ ਕਹਿ ਸਕਦਾ ਕਿ ਕੋਈ ਐਸੀ ਪ੍ਰੋਬਲਮ ਆ ਜਾਂਦੀ ਹੈ ਜੋ ਪੁਰਾਣੀ ਪ੍ਰੋਬਲਮ ਨਾਲ ਮਿਲਦੀ ਜੁਲਦੀ ਹੈ, ਉਸ ਟਾਈਮ 'ਚ ਤੁਹਾਨੂੰ ਕਿਹੜਾ ਡਿਸੀਜ਼ਨ ਲਿੱਤਾ ਸੀ, ਉਹੀ ਡਿਸੀਜ਼ਨ ਤੁਸੀਂ ਆਪਣੀ ਨਵੀਂ ਵਾਲੀ ਪ੍ਰੋਬਲਮ 'ਚ ਕੀ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ। ਤਾਂ ਹੀ ਵਰਡ ਨੂੰ ਅਸੀਂ ਕੀ ਬੋਲਦੇ, ਰਿਵੀਜ਼ਨ ਆਫ ਦੀ ਐਕਸਪੀਰੀਅੰਸਿਸ ਬੋਲਦੇ ਆ, ਜਾਂ ਕਹਿ ਸਕਦੇ ਕਿ ਜਿਹੜੇ ਐਕਸਪੀਰੀਅੰਸ ਉਹਨੇ ਆਲਰੇਡੀ ਪਾਸਟ 'ਚ ਕਲੈਕਟ ਕੀਤੇ ਹੋਏ ਨੇ, ਉਹਨੂੰ ਫਿਊਚਰ ਦੇ ਵਿੱਚ ਜਾਂ ਕਰੰਟ ਦੇ ਵਿੱਚ ਅਗਰ ਕੋਈ ਪ੍ਰੋਬਲਮ ਹੋਈ ਵੀ ਹੈ, ਉਹਨੂੰ ਉਸ ਚੀਜ਼ ਦੇ ਵਿੱਚ ਕੀ ਕੀਤਾ ਜਾ ਸਕਦਾ, ਅਪਲਾਈ ਕੀਤਾ ਜਾ ਸਕਦਾ, ਜਾਂ ਉਸ ਐਕਟੀਵਿਟੀ ਨੂੰ ਯਾਦ ਕੀਤਾ ਜਾ ਸਕਦਾ ਜਿਸ ਐਕਟੀਵਿਟੀ ਨਾਲ ਤੁਹਾਡੀ ਆਪਣੀ ਪਾਸਟ ਵਾਲੀ ਪ੍ਰੋਬਲਮ ਕੀ ਹੋਈ ਸੀ, ਸੋਲਵ ਹੋਈ ਸੀ। ਤੇ ਧਿਆਨ ਰੱਖਣਾ, ਕੁਝ ਐਕਟੀਵਿਟੀਜ਼ ਦੇ ਬੇਸ ਤੇ ਵੀ ਹੋ ਸਕਦਾ ਹੈ, ਕੁਝ ਲਰਨਿੰਗ ਐਸਪੈਕਟ ਨੂੰ ਕੰਸੈਪਟ ਦੇ ਬੇਸ ਤੇ ਵੀ ਕੰਪਲੀਟ ਕੀਤਾ ਜਾ ਸਕਦਾ ਹੈ। ਔਰ ਡਿਫਰੈਂਟ ਆਥਰਸ ਨੇ ਤੁਹਾਡੇ ਸਾਹਮਣੇ ਰੱਖੇ ਹੋਏ ਸੀ। ਗਿਲਫਰਡ ਨੇ ਕੀ ਕਿਹਾ, JP ਗਿਲਫਰਡ ਨੇ ਜਾਂ ਚਾਰਲਸ ਈ ਸਕੀਨਰ ਨੇ ਕੀ ਕਿਹਾ, ਉਹ ਤੁਹਾਡੇ ਸਾਹਮਣੇ ਆਲਰੇਡੀ ਮੈਂਸ਼ਨ ਕੀਤੇ ਹੋਏ ਨੇ ਫਿਲਹਾਲ। ਠੀਕ ਹੈ, ਹੁਣ ਆਓ ਬੇਟੇ ਆਪਾਂ ਗੱਲ ਕਰੀਏ ਕਿ ਜਿਹੜੀ ਤੁਹਾਡੀ EVS ਦੇ ਵਿੱਚ ਜਿਹੜੇ ਪੈਡਾਗੋਜੀ ਦੇ ਇਸ਼ੂਜ਼ ਦਿੱਤੇ ਸੀ ਲਰਨਿੰਗ ਨੂੰ ਲੈ ਕੇ, ਉਹ ਲਰਨਿੰਗ ਦੇ ਇਸ਼ੂਜ਼ ਨੂੰ ਕਿਸ ਤਰ੍ਹਾਂ ਫੁਲਫਿਲ ਕੀਤਾ ਜਾ ਸਕਦਾ, ਕੰਪਲੀਟ ਕੀਤਾ ਜਾ ਸਕਦਾ, ਓਵਰਕਮ ਕੀਤਾ ਜਾ ਸਕਦਾ, ਉਹਦੀ ਡਿਫਰੈਂਟ ਟਾਈਪਸ ਕਿਹੜੀਆਂ ਨੇ ਤੁਹਾਡੇ ਵਾਸਤੇ। ਤਾਂ ਤੁਹਾਡੇ ਸਾਹਮਣੇ ਫਸਟ ਟਾਈਪ ਆਉਂਦੇ ਇੱਕ ਤਰ੍ਹਾਂ ਦੀ ਪਰਸੈਪਚੁਅਲ ਲਰਨਿੰਗ। ਅਗਰ ਮੈਂ ਗੱਲ ਕਰਾਂ ਪਰਸੈਪਚੁਅਲ ਲਰਨਿੰਗ ਨੂੰ, ਤਾਂ ਇੱਥੇ ਪੰਜਾਬੀ 'ਚ ਆਲਰੇਡੀ ਤੁਹਾਨੂੰ ਦਿਖ ਰਿਹਾ ਹੋਊਗਾ ਅਨੁਭਵੀ ਸਿੱਖਿਆ। ਅਨੁਭਵ ਤੁਸੀਂ ਕਿਵੇਂ ਕਰੋਗੇ? ਤਾਂ ਧਿਆਨ ਰੱਖਿਆ, ਜਦੋਂ ਬੱਚਾ 2 ਸਾਲ ਦਾ ਹੁੰਦਾ ਸੀ, ਜਾਂ ਕਹਿ ਸਕਦੇ 0 ਤੋਂ ਲੈ ਕੇ 2 ਸਾਲ ਤੱਕ ਦਾ ਹੁੰਦਾ ਹੈ, ਉਦੋਂ ਵੀ ਬੱਚਾ ਲਰਨਿੰਗ ਕਰਦਾ ਹੈ।
बट उस टाइम च बच्चा दिमाग अन्ना कह सकता है कि वधिया नहीं होंदा या दिमाग अन्ना मेनटेन नहीं होंदा कि इस प्रॉब्लम को सॉल्व कर सके। तो बच्चा जो भी उस चीज़ जो 0 ਤੋਂ ਲੈ ਕੇ 2 ਸਾਲ तक ਦਾ ਹੁੰਦਾ ਹੈ ਤਾਂ ਇੱਕੋ ਹੀ ਲਰਨਿੰਗ ਕਰਦੇ ਜਿਹਨੂੰ ਅਸੀਂ ਕੀ ਬੋਲਦੇ ਆ ਪਰਸੈਪਚੁਅਲ ਲਰਨਿੰਗ। ਪਰਸੈਪਚੁਅਲ ਲਰਨਿੰਗ ਸਾਡੇ ਵਾਸਤੇ ਕੀ ਹੁੰਦੀ ਹੈ ਜਿਸ 'ਚ ਬੱਚਾ ਆਪਣੇ ਸੈਂਸਿਸ ਨੂੰ ਯੂਜ਼ ਕਰਦਾ ਹੈ। ਸੈਂਸਿਸ ਨੂੰ ਯੂਜ਼ ਕਰਨਾ या कह सकते सेंस ऑर्गन यूज करना या ईवन के ब्रेन यूज करना, ठीक है, वो साडे वास्ते की हुंदी एक तरह की परसैप्चुअल लर्निंग हुंदी है। हुण ध्यान रखियो अगर बच्चा अपने सेंसरी ऑर्गन यूज करता है या सेंस ऑर्गन यूज करता है तो उस नाल किहड़ी-किहड़ी चीज़ां नूं समझण दी कोशिश करूगा। ध्यान रखना अंडरस्टैंड करेगा जो भी एक तरह की उहदे सामने कोई थिंग रखी गई है, कोई चीज़ रखी गई है या कोई भी इंसीडेंट है या कोई भी इवेंट है या तो सेंस ऑर्गन नाल उहनूं समझण दी कोशिश करूगा या फिर अपने ब्रेन दे नाल उहनूं की करूगा अंडरस्टूड करूगा। जिथे तुहाडी अपनी इन्हां चीज़ां दी गल कीती गई है और लर्निंग साडे वास्ते किहड़ी बन जाती है परसैप्चुअल लर्निंग बन जाती है, ठीक है। नैक्सट आओ अगली लर्निंग है ये टाइप्स ने फिलहाल पेपर च पूछ लैंदे ने। नैक्सट है तुहाडे वास्ते कंसैप्चुअल लर्निंग। नाम तो पता लगता है जिस असीं कंसैप्ट वाइज जांदे हां। कंसैप्ट मतलब हर एक कंसैप्ट को बड़े असीं डिटेल तरीके नाल पढ़न की कोशिश करते हैं। अगर वो डिटेल तरीके नाल ना पढ़िया जाए तो ओबवियस आइडिया नहीं चक्के जाएंगे। डिटेल पढ़नी है तो ओबवियस डिटेल तो बाद ही असीं आइडिया की कर सकते हो कंस्ट्रक्ट कर सकते हो जिहदे विच बच्चे दी जिहड़ी थिंकिंग पावर हुंदी है या कह सकते हैं कि जिहदे विच बच्चा अपनी लर्निंग नूं फुलफिल करेगा तो किहड़े तरीके नाल करूगा डिटेल मैनर नाल करूगा। डिटेल दे विच चीज़ नूं पढ़न की कोशिश करूगा और बाद विच डिटेल तो बाद पढ़न तो बाद उस चीज़ उत्ते लॉजिकल की लै सकदा है डिसीजन लै सकदा है। इलॉजिकल डिसीजन लऊगा नहीं, ओबवियस लॉजिक वाले डिसीजन नहीं लऊगा। तो फॉर्मेशन या कह सकते हैं कि इन्फॉर्मेशन ऑर्गेनाइज करना, मैं फॉर्मेशन बोले एक वर्ड, फॉर्मेशन बदलाव भी हो सकता है और या फिर कह सकते इन्फॉर्मेशन दोबारा तो रीऑर्गेनाइजेशन करना और कदों होगा जो एक्चुअल विच की होगा बच्चे दे विच उस तरह की डिटेल होगी, सब्जैक्ट मैटर की डिटेल होगी या सब्जैक्ट नूं डिटेल दे विच पढ़िया होगा उस लर्निंग असीं की बोलांगे परसैप्चुअल लर्निंग बोलांगे। तो जिवें कि तुहाडे सामने मैंशन भी किया हुआ स्क्रीन के उत्ते दिस काइंड ऑफ लर्निंग इज ऑल अबाउट द सब्जैक्ट मैटर इन डिटेल। कोई भी टॉपिक पढ़ते हो तो वो गल कह रहा है कि टॉपिक नूं डिटेल दे विच पढ़ो ना कि उहदे उपर उपर पढ़न की कोशिश करो। डिटेल च पढ़ोगे तो ओबवियसली उहदे कन्नी ते तुसीं की चक सकोगे आइडिया कंस्ट्रक्ट कर सकोगे या फिर जो आइडिया कंस्ट्रक्ट होगा बाद दे विच और जो डिसीजन लिता जाऊगा वो इलॉजिकल नहीं होना चाहता, वो हमेशा की होगा तुहाडे वास्ते लॉजिकल डिसीजन होगा। तुसीं तुहाडे सामने कोई प्रॉब्लम आती है पहला प्रॉब्लम तुसीं चंगे तरीके नाल देखदे हो, लोकां तो सुनते हो, दैन बाद तुहानूं लगदा कि ये चीज़ सही है, दैन उस तो बाद लॉजिकल डिसीजन ही लैंदे हो। तो वही चीज़ है पहले डेप्थ में चीज़ नूं पढ़न की कोशिश करो ताकि उस तो बाद आइडिया चक्या जा सके। वही आइडिया तुहाडे अगे लॉजिकल डिसीजन दे विच तुहाडा की करूगा हैल्प करूगा, ठीक है जी। नैक्सट आओ एसोसीएट लर्निंग। नाम तो पता लगता है एसोसीएट की हुंदी है। एसोसीएट मतलब जे ऐसी कोई सानूं लगता है कि किसी टाइप की कोई ऐसी चीज़ लाइक कोई भी ऑब्जैक्ट उसके बारे नवी नवी मैमरी बनाना। तुसीं अपने आप नूं देखो फिलहाल असीं कोई बंदा देखते हैं मार्केट दे विच या किते जगह के उत्ते ऐसा कोई बंदा देख लीए असीं बाद विच पहचानते हैं कि बंदे की शक्ल फलाने बंदे नाल मिलदी जुलदी है ना। तो उत्थे साडे वास्ते की बन जू एक तरह की एसेट लर्निंग बन जू। मतलब जो नवी थिंग देखते हो कोई भी या नवा ऑब्जैक्ट देखते हो या नवा कोई इवेंट देखते हो तो तुसीं की करदे हो कंपैरिजन करते हो इस इवेंट नूं किसी पुराने इवेंट दे नाल। तां तुसीं सामने तुहाडे सामने कोई बंदा इंडिविजुअल मैं खड़ा करदा तो वह भी तुसीं रैम्बलेंस मिलाओगे कि बंदा किसी नाल शक्ल मिलदी जुलदी है। मतलब लर्निंग की होगी तुहाडे सामने इस चीज़ नूं लैके दिस काइंड ऑफ लर्निंग इन विच अ चाइल्ड फ्रेम अ न्यू मैमरी जिससे तुसीं की बनाने हो नवी याददाश्त बनाने हो या नवी कह सकते हो याद बनाने हो। चाहे तुहाडे वास्ते ऑब्जैक्ट पुराना है या तुहाडे वास्ते कोई ऑब्जैक्ट की है पुराना है या नवा है। लाइक मैं तुहाडे सामने अगर गल करूं तुसीं किसी टूर ते चले जाते हो कोई ऐसी नवी चीज़ देखते हो, ठीक है, तो नवी चीज़ नूं पहलां सोचते हो कि बनी किवें होगी किने नूं बनाया होगा। नवी नवी जो मैमरी कलैक्ट होंदियां ने चाहे किसी इवेंट के वास्ते या किसी इंसीडेंट के वास्ते या किसी कह सकते एक्टिविटी के बारे या एक्सपीरियंस के बारे तो तुसीं नवी एक लर्निंग लैके आंदे हो की बोलते हैं एसोसिएट लर्निंग या फिर उस लर्निंग का कंपैरिजन किसी पुरानी चीज़ के नाल करदे हो वो भी साडे वास्ते की बन जाती है एसोसिएट लर्निंग, ठीक है बेटे। नैक्सट आओ अगला पॉइंट है तुहाडे सामने एप्रीशिएट लर्निंग का। मैंने तो वैसे वो बोले एप्रीशिएट
लेकिन लर्निंग का ਜਿਹੜਾ ਤੁਹਾਡੇ ਵਾਸਤੇ ਟਾਈਪ ਫੋਰਥ ਟਾਈਪ ਉਹ ਸਾਡੇ ਵਾਸਤੇ ਕੀ ਹੈ ਐਪਰੀਸ਼ੀਏਟਿਵ ਲਰਨਿੰਗ ਹੈ। ਹੁਣ ਨਾਮ ਕੀ ਪਤਾ ਲੱਗਦਾ ਐਪਰੀਸ਼ੀਏਟ ਮਤਲਬ ਕੀ ਹੁੰਦਾ ਹੈ ਜਦੋਂ ਤੁਹਾਡੇ ਕੋਈ ਜਦੋਂ ਮੰਨ ਕੇ ਚਲੋ ਤੁਹਾਨੂੰ ਕੋਈ ਚੰਗਾ ਕੰਮ ਕੀਤਾ ਹੈ ਠੀਕ ਹੈ ਚਾਹੇ ਸੁਸਾਇਟੀ ਵਾਸਤੇ ਕੀਤਾ ਹੈ ਜਾਂ ਆਪਣੇ ਵਾਸਤੇ ਕੀਤਾ ਹੈ ਮੰਨ ਲਓ ਤੁਹਾਡੇ ਗੁੱਡ ਮਾਰਕਸ ਲੈ ਕੇ ਆਏ ਹੋ ਤਾਂ ਪੇਰੈਂਟਸ ਦੇ ਮੂੰਹ ਤੋਂ ਵਰਡ ਕੀ ਨਿਕਲਣਗੇ ਪ੍ਰੇਜ਼ ਤੇ ਕੁਝ ਵਰਡਸ ਨਿਕਲਣਗੇ ਵੀ ਬੇਟੇ ਤੈਨੂੰ ਬਹੁਤ ਕੰਮ ਅੱਛਾ ਕੀਤਾ ਤੇਰੇ ਮਾਰਕਸ ਅੱਛੇ ਆਏ ਨੇ यही मार्क्स अपने फ्यूचर वास्ते भी तू की करेगा होर इंप्रूव करेगा। हुण 90% आए ने फिर 91 लैन की कोशिश करी फिर 95 100 आएंगे फिर 100 प्लस करिकुलम एक्टिविटीज होंगी तेरी अच्छियां तो मतलब कि जो तुम बच्चे सामने प्रशंसा के कुछ वर्ड्स करते हो या बच्चे ने रिवॉर्ड देने हो तब बच्चा अपने उस बिहेवियर दोबारा तो की करता है रिपीट करता है कि हाँ यही बिहेवियर मैं अगे लेके चलूंगा 10th क्लास से मेरे अन्य परसेंट आए ने हुण मैं +2 क्लास से इस तो वध लेके आऊंगा ठीक है। अगर तुम उत्थे बच्चे नूं डांटना शुरू कर दोगे वो जो बिहेवियर की हो जाऊगा अपने आप दे या घट जाऊगा रिड्यूस हो जाऊगा या फिर की हो जाऊगा अपने आप दे लुप्त हो जाऊगा हिडन हो जाऊगा। इस करके जरूरी है जो भी बच्चे ने किसी आइडिया दी या कह सकते हैं कि एटीट्यूड दी एक पेरेंट्स के कन्नी तो या सोसाइटी की कन्नी तो एप्रीसीएशन दी जाती है तो बच्चे के अंदर किहड़ी फीलिंग आऊगी ओबवियस पॉजिटिव फीलिंग आऊगी। तुसीं अपने पेरेंट्स नूं जदों कहते कि हाँ मेरे इन्नी परसेंटेज आई है तो मम्मी पापा बोलते कि हाँ होर अगे बढ़ होर अच्छे नंबर लेके आ ये भी नंबर तेरे वधिया आए ने तो मतलब जिहड़ी पोजीशन तुहाडे वास्ते तुहाडे अपने मैंटल स्टेट से नाल दिमाग नाल रिलेट करती है उत्थे तुहानूं पॉजिटिव फीलिंग मिलती है उस नूं असीं की बोलांगे एप्रीशिएट लर्निंग बोलांगे। ईवन कि जो मैं गल करा तुहानूं बहुत बारी फिलहाल किया भी है इस नूं असीं एप्रीशिएटिव लर्निंग नूं असीं लॉ ऑफ इफेक्ट भी बोलते हैं ठीक है। तुहानूं मेरे नाल कीती भी है पॉइंट वैसे तो अगे भी करोगे तुहानूं डाइट दी लर्निंग च लॉ ऑफ इफेक्ट का पॉइंट तुहानूं मेरे नाल कीता सीगा। अगर बच्चे ने फिलहाल गलत काम किया है तो ऑब्वियस पुनिशमेंट दी जाती है अगर किसी बच्चे ने अच्छा काम किया तो ऑब्वियस पेरेंट्स के कन्नी ते रिवॉर्ड भी दिता जाता है या फिर उस पोजीशन बार बार तो रिपीट कराने वास्ते पेरेंट्स उन्होंने की देंगे अच्छे प्रशंसा के कुछ वर्ड्स भी दिते जाते हैं। ਤਾਂ ਸਾਡੇ ਸਾਹਮਣੇ ਆਲਰੇਡੀ ਦਿੱਤਾ ਗਿਆ ਸੀ ਲਰਨਿੰਗ ਦੇ ਟਾਈਪ ਜੋ ਸਾਡੇ ਵਾਸਤੇ 4 ਸੀਗੀਆਂ ਜੋ ਤੁਹਾਨੇ ਮੇਰੇ ਨਾਲ ਕਵਰ ਕੀਤੀਆਂ ਠੀਕ ਹੈ। ਨੈਕਸਟ ਆਓ ਆਪਾਂ ਗੱਲ ਕਰੀਏ ਸਿਲੇਬਸ ਦੇ ਅਕੋਰਡਿੰਗ। ਹੁਣ ਸਿਲੇਬਸ ਦੇ ਅਕੋਰਡਿੰਗ ਗੱਲ ਕਰਦਾ ਸੀ ਕਿ ਲਰਨਿੰਗ ਦੇ ਪ੍ਰਿੰਸੀਪਲਸ ਕਿਹੜੇ ਹੁੰਦੇ ਨੇ ਤਾਂ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਇੱਕ ਲਰਨਿੰਗ ਦੇ ਪ੍ਰਿੰਸੀਪਲ ਦਿੱਤੇ ਹੋਏ ਨੇ ਇਹ ਥੋਂਡਰਾਈਟ ਦੀ ਲਰਨਿੰਗ ਦੇ ਪ੍ਰਿੰਸੀਪਲਸ ਹੀ ਨੇ ਠੀਕ ਹੈ। ਹੁਣ ਜਿਵੇਂ ਕਿ ਤੁਹਾਡੇ ਵਾਸਤੇ ਪਹਿਲਾ ਪੁਆਇੰਟ ਆਉਂਦਾ ਹੈ ਪ੍ਰਿੰਸੀਪਲ ਆਫ ਰੈਡੀਨੈਸ। ਪਹਿਲੀ ਗੱਲ ਤਾਂ ਬੱਚੇ ਨੂੰ ਪੜ੍ਹਾਉਣ ਵਾਸਤੇ ਤੁਸੀਂ ਤਿਆਰ ਕਿਵੇਂ ਕਰੋਗੇ ਉਹਦਾ ਸਿਧਾਂਤ ਕੀ ਹੈ। लाइक तुसी भी टीचर बनना है ठीक है काफ़ी टीचर्स होंगे भी वर्किंग दे विच चाहे प्राइवेट चाहे गवर्नमेंट दे विच है तो तुसी जो लैक्चर रेडी करते हो क्लास विच एंट्री लेने हो कि आंदे सर बच्चे नूं पढ़ाना शुरू कर देने हो नहीं पहले बच्चे के अंदर तुसी क्यूरियोसिटी लेके आते हो बच्चे नूं तुसी ईगर करते हो कि हाँ ये टॉपिक आपां कल कवर किया सी आओ थोड़ा बहुत टॉपिक पिछला रिवाइज करके अगले टॉपिक नूं आपां की करांगे स्टार्ट करांगे। मतलब कि आंदे सर बच्चे नूं पढ़ाना और बच्चा भी एग्री नहीं होगा बच्चा भी अलर्ट नहीं होगा क्योंकि बच्चे का लैक्चर पिछले दिमाग लैक्चर के दिमाग घूम रहे हैं ठीक है। तो इस करके बच्चे तुसीं मैंटली परपज़ के नाल फिजिकली तरीके दे नाल या फिर कह सकते एक तरह का जिस तरह बच्चा मनदा है या बच्चे का इंटरस्ट पैदा होंदा है उस तरह बच्चे तुसीं करोगे तैयार करोगे। मतलब कि प्रिंसीपल ऑफ रेडीनेस दसदा की है डिग्री ऑफ अलर्टनेस बच्चे नूं तैयार करना अलर्ट करना और बच्चा किन्नी चीज़ नूं पढ़न वास्ते तैयार होंदा होया उस चीज़ नूं अगे लेके आना। जिस भी तरीके दे नाल तुसीं बच्चे नूं पढ़ाना चाहते हो वो बच्चे नूं पढ़ाओ या बच्चे की क्यूरियोसिटी लेके आओ उस चीज़ नूं लेके। अगर तुसीं बच्चे नूं तैयार नहीं करते या बच्चा अनएबल टू लर्न है उस चीज़ नूं पढ़न वास्ते तैयार ही नहीं हैगा तो दिमाग च भुल जाओ कि बच्चे नूं लर्निंग होगी वो गल अलग है कि टीचर पढ़ा के चला जाऊगा बच्चे दिमाग किते होर है वो साडे वास्ते प्रिंसीपल ऑफ रेडीनेस नहीं हुंदा। तो सब तो पहले जरूरी है बच्चे अंदर 2-3 चीज़ों का होना बच्चा फिजिकली तौर पर तैयार होना चाहता है मैंटली तौर पर तैयार होना चाहता है। अगर ये चीज़ां होणगियां तो ऑब्वियस बच्चा की होगा रेडी टू लर्न होएगा तैयार हो जाएगा पढ़ने के वास्ते। अगर बच्चा अनेबल है पढ़ ही नहीं सकता प्रॉपर तरीके बच्चा रेडी नहीं हैगा तो उतों यही रीजन निकलूगा कि बच्चे ने ऑब्वियस लर्निंग की नहीं हैगी देयर इज अ नो रीजन फॉर द लर्निंग कोई लर्निंग ही नहीं होएगी। तो जरूरी है सबजैक्ट मैटर नूं तैयार करते हुए कि टीचर नूं ये भी एक मैथड तैयार रखना पऊगा कि जो बच्चे नूं तुसीं किसी अगले टॉपिक वास्ते शुरुआत करते हुए हो तो बच्चा उत्थे किस पर्पज़ का होना चाहता है कंटिन्यूसली मैंटली एक्टिव होना जरूरी है फिजिकली चैलेंज होना जरूरी है। फिजिकली चैलेंज मतलब बैठा बच्चा तुहाडी क्लास च लेकिन माइंड किते होर जांदा है
ਤਾਂ ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਇਹ ਵੀ ਇੱਕ ਟੀਚਰ ਦੇ ਟਾਸਕ ਦੇ ਵਿੱਚ ਹੋਣਾ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਬੱਚੇ ਨੂੰ ਕੀ ਕੀਤਾ ਜਾਊਗਾ, ਰੈਡੀ ਕੀਤਾ ਜਾਊਗਾ ਮੈਂਟਲੀ ਪਰਪਸ ਆਫ ਵਾਸਤੇ ਵੀ ਔਰ ਫਿਜ਼ੀਕਲੀ ਤੌਰ ਤੇ ਬੱਚੇ ਨੂੰ ਕੀਤਾ ਜਾਊਗਾ ਇੱਕ ਤਰ੍ਹਾਂ ਦਾ ਰੈਡੀ ਕੀਤਾ ਜਾਊਗਾ। ਇਹੀ ਲਰਨਿੰਗ ਦਾ ਇੱਕ ਮੇਨ ਪ੍ਰਿੰਸੀਪਲ ਹੈ, ਪ੍ਰਿੰਸੀਪਲ ਆਫ ਰੈਡੀਨੈਸ। ਠੀਕ ਹੈ ਜੀ। ਨੈਕਸਟ ਆਓ ਅਗਲਾ ਹੈ ਤੁਹਾਡੇ ਵਾਸਤੇ ਪ੍ਰਿੰਸੀਪਲ ਆਫ ਐਕਸਰਸਾइज। ਹੁਣ अगर मैं गल कर एक्सरसाइज का तो यह ना समझो कि एक्सरसाइज की गल की गई है कि थोड़े अपने किसी मस्कुलर ऑब्जेक्ट न रिलेट करती होगी, मांसपेशी न रिलेट करती होगी, नहीं। मेरे एक्सरसाइज का मतलब है कि जो टॉपिक टीचर ने थोड़ा पढ़ाता, ठीक है, और तुम की जाऊगी ड्रिल एंड प्रैक्टिस की जाऊगी। ड्रिल एंड प्रैक्टिस का मतलब होंगे ਇੱਕੋ ਚੀਜ਼ ਨੂੰ ਬਾਰ-ਬਾਰ ਰਿਪੀਟ ਕੀਤਾ ਜਾਊਗਾ ਜਦੋਂ ਤੱਕ ਦਿਮਾਗ ਦੇ ਵਿੱਚ ਉਹ ਚੀਜ਼ ਨਾ ਕੀ ਨਾ ਹੋ ਜਾਏ, ਸੈੱਟ ਨਾ ਹੋ ਜਾਏ ਜਾਂ ਬੈਠ ਨਾ ਜਾਵੇ। ਤਾਂ ਸਹੀ ਤਰੀਕਾ ਇਹੀ ਹੈ ਕਿ ਪ੍ਰੈਕਟਿਸ ਲੌਂਗਰ ਵੇ ਨਾਲ ਪ੍ਰੈਕਟਿਸ ਕੀਤੀ ਜਾਵੇ, ਉਸ ਚੀਜ਼ ਦੀ ਬਾਰ-ਬਾਰ ਰੈਪੀਟੀਸ਼ਨ ਕੀਤੀ ਜਾਵੇ ਤਾਂ ਕਿ ਉਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਕੀ ਹੋ ਜਾਏ, ਬੈਠ ਜਾਏ। ਉਸ ਤੋਂ ਬਾਅਦ ਜਦੋਂ ਤੁਹਾਡੇ ਦਿਮਾਗ 'ਚ ਉਹ ਚੀਜ਼ ਬੈਠੇਗੀ ਤਾਂ ਓਬਵੀਅਸਲੀ ਜੋ ਟੀਚਰ ਪੁੱਛੇਗਾ ਕਿ ਇਹ ਟੌਪਿਕ ਤੁਹਾਨੂੰ ਸਮਝ ਆ ਗਿਆ ਤਾਂ ਬੱਚੇ ਦੇ ਮੂੰਹ ਦੇ ਵਿੱਚ ਸਿਰਫ ਇੱਕੋ ਹੀ ਆਵਾਜ਼ ਆਊਗੀ, ਦੈਟਸ ਕਾल्ड अ पॉजिटिव फीडबैक। पॉजिटिव फीडबैक का मतलब कि हाँ बच्चे के कहने जवाब आऊगा कि सारा टॉपिक सानू समझ आ चुके हैं और असीं घर जाके भी देख लिता है। तो जरूरी है पहला बच्चे को पूछा जाए कि जो टॉपिक अपने कल किया सीगा अगर वो समझ आ गया तो असीं अगे वधीए, लैट्स प्रोसीड फर्दर। अगर नहीं समझ आए तो टीचर की फिर ड्यूटी बनती है कि बच्चे को वो टॉपिक दोबारा तो 15 या 10 मिनटा वास्ते की करवाया जाए, पॉलिश करवाया जाए ताकि टॉपिक जो है तुहाडे अपने टिप्स से हो जाए या फिर कह सकते बच्चा उस चीज़ को की कर सकता हो, रैपीटिशन कर सकता हो। तो वही मेन साडे वास्ते की है प्रिंसीपल ऑफ एक्सरसाइज है। एक्सरसाइज मतलब बार बार उसको की करना, रिपीट करना, उस काम उस की करना, कम करना। वैसे तो चलो एक्सरसाइज मस्कुलर एक्टिविटी ने रिलेट करती है, लेकिन एक्चुअल दे विच इहदी जिहड़ी तुहाडी अपनी वर्डिंग है वो की दसदी है कि बच्चे को ड्रिल एंड प्रैक्टिस होनी जरूरी है। बार बार उस चीज़ की प्रैक्टिस करे तां कोई चीज़ तुहाडे दिमाग 'च की हो सकती होवे, सैट हो सकती हो। ठीक है जी। नैक्सट आओ अगला प्रिंसीपल, प्रिंसीपल ऑफ इफैक्ट। हुण तुहाडा नाम की पता लगता होगा, प्रिंसीपल ऑफ इफैक्ट। इफैक्ट की होगा या तो साडे वास्ते इफैक्ट एक पॉजिटिव होगा या साडे वास्ते इफैक्ट जिहड़ा होगा नैगेटिव होगा। इफैक्ट की अगर गल करिए पॉजिटिव नैगेटिव नूं लैके तो इफैक्ट साडे वास्ते दो चीज़ां लेके आऊगा। बच्चा या तो सैटिस्फाई होगा या बच्चा अनसैटिस्फाई होगा। तो सैटिस्फाइज फीलिंग ताई होगी जब बच्चा ओबवियस समझ चुका होगा टॉपिक नूं। बच्चा अनसैटिस्फाइड फीलिंग कदों होगा जब बच्चे टॉपिक चंगे तरीके से नहीं समझा होगा। ठीक है। तो जरूरी है बच्चे के पॉजिटिव फीलिंग लैके आना। अगर पॉजिटिव फीलिंग नहीं लेके आते तो बच्चे का रिएक्शन की होगा, या तो नैगेटिव होगा या साडे वास्ते की होगा, पॉजिटिव होगा। तो डायरैक्ट रिलेशन होना चाहिए टीचर का बच्चे के नाल। केड़ा रिलेशन, ताकि टीचर बच्चे की कर सकता हो मोटिवेशन। जिस तरह तुम बच्चे के अंदर एक स्ट्रोंगर मोटिवेशन लेके आओगे तो उत्थे जिहड़ी फीलिंग आऊगी बच्चे अंदर और सैटिस्फाई की फीलिंग आऊगी। अगर थोड़े बच्चे कह सकते हैं कि बच्चा अगर मोटिवेट नहीं है पढ़ने वास्ते, डायरैक्ट मोटिवेट नहीं है तो बच्चे के अंदर फीलिंग की आऊगी, अनसैटिस्फाई फीलिंग। तो यह साडे वास्ते प्रिंसीपल इफैक्ट में गल करता सी। ईवन कि वैसे अगर तुहानूं ड्राइव की थ्योरी की गल करा तो इहदे विच उह चीज़ की गल कीती गई ऑलरेडी। ठीक है बेटे। नैक्सट आओ, समझ आ गया होगा फिलहाल कहता कि इस पॉइंट को लेके। नैक्सट आओ प्रिंसीपल ऑफ प्राइमेसी। अगर गल की जाए प्राइमेसी अपने आप से बहुत एक बड़ा वर्ड है। प्राइमेसी का मतलब होता है प्राइमरी। प्राइमरी का मतलब होता है शुरुआत के विच ही पढ़िया होया सब तो वध याद रहिंदा है। अगर मान के चलो मैं एग्जाम्पल दे देना फिलहाल, जो तुसीं नर्सरी केजी सी तुहाडे मम्मी पापा ने प्रण लिता सी कि हाँ बच्चा स्कूल जाना शुरू कर दिता बच्चे ने, तब मैं बच्चे अपने बच्चे को शुरुआत चंगे तरीके से पढ़ाना शुरू करूँगी ताकि इन फ्यूचर के विच लॉन्ग लास्टिंग तक मतलब लंबे टाइम तक बच्चे की हो सके वो चीज़ याद कर रह सकती हो। तो आप भी जो फिलहाल थोनों भी कुछ चीज़ा याद होंगी अपने टाइम दियाँ। ठीक है। पुराने टाइम के ऑलरेडी कादी चीज़ लेके आते, एक स्ट्रोंग फीलिंग लेके आता कि हाँ मैंने शुरुआत तो पढ़ना स्टार्ट किया सी। ठीक है। हुण मेरे दिमाग से इस तरह ये चीज़ इस तरह सैट बैठ चुकी है, इनू मिटाना थोड़े वास्ते या खुद मेरे वास्ते की हो जाऊगा, एक तरह का इंपॉसिबल हो जाऊगा, मतलब हार्ड टू इरेज हो जाऊगा, उन्होंने तुसीं मिटा नहीं सकते। बहुत बारी देखिया तुहानूं कुछ चीज़ां पुराने जमाने पढ़िया होणगियां वो अज तक भी तुहानूं याद होणगियां, वो साडे वास्ते हुंदे एक तरह की लॉन्ग लास्टिंग इंप्रैशन। मतलब साने शुरुआत च पढ़िया तां ही साडे हुण की आई है, याद आई है। तो ये साडे वास्ते की होगा द स्टेट ऑफ बीइंग फर्स्ट। कुछ बच्चे होंदे ने इस तो अलग, उन्होंने वास्ते एक प्रिंसीपल बन जाता रिसेंसी का। ठीक है। वैसे डायरेक्टली लर्निंग ऑलरेडी तुमने किया गया है रिसेंसी का। रिसेंसी मतलब होंदा है
हुण जिहड़ा रीसेंट च याद कीता, रीसेंट मतलब लाइक मान के चलो कल साडा पेपर है तो कई बच्चे ऐसे होंगे ने अगले पहले दिन ही रात नूं सारी रात पढ़न वास्ते लगा दिंदे ने, अगले दिन की हुंदा है फटाफट उस चीज नूं पढ़ लेंदे ने तां पेपर जाके उस चीज दी उल्टी करे आंदे ने, मतलब अन्ना सारा पढ़ लेंदे ने अपने जो दिमाग उसनूं ऑब्जर्व ही नहीं कर पांदा। तो भी साडे वास्ते की हुंदा एक तरह दा प्रिंसिपल रिसेंसी हुंदा कि जिहड़ा हुण पढ़िया ओही याद रहूगा। ये नहीं पता कल अगर मैं दूजे दिन बच्चे नूं पुछ ला बच्चा नाल उस चीज नूं भुल जाऊगा, क्योंकि ठीक है रट्टाफिकेशन कीती सी पेपर जो कुछ आया सी लिखिया है वो भी साडे वास्ते की एक तरह दी प्रिंसिपल ऑफ रिसेंसी है। ये भी ध्यान रखना डिफरेंट डिफरेंट प्रिंसिपल्स की गल की गई इस चीज नूं लैके। क्लीयर है जी। नैक्सट आओ अगला प्रिंसिपल आंदा बेटे तुहाडे वास्ते प्रिंसिपल ऑफ इंटेंसिटी। हुण अगर मैं प्रिंसिपल ऑफ इंटेंसिटी दी गल करा तो इंटेंसिटी साडे वास्ते की होएगी एक तरह दी, इहदे विच जरूरी है बच्चे नूं जो लर्निंग करवाई जावे, ठीक है, जो भी लर्निंग करवाओ तो बच्चे की लर्निंग करवाई जाती है तो एक तरह की एक रियल वर्ड दे नाल या रियल थिंग दे नाल करवाई जावे, बल्कि कह सकते कि बच्चे नूं ओह ऑब्जेक्ट बच्चे सामने लिया दिता जावे जिहड़ा ऑब्जेक्ट किसी नकली ऑब्जेक्ट नाल की होगा मिलता जुलता होगा। मेरे कहने का मतलब सिर्फ एक अन्ना है, बच्चा ज्यादा याद करूगा उस चीज से नाल जिहड़ी चीज एक्चुअल च रियल दे विच है, ठीक है। तो प्रिंसिपल ऑफ इंटेंसिटी की कहती है आ स्टूडेंट विल लर्न मोर, ज्यादा बच्चा याद करना स्टार्ट करूगा फ्रॉम द रियल थिंग, उस असली चीज नालों ना कि उहदे सबस्टिट्यूट दे नालों, ठीक है। आर्टिफिशियल बहुत चीज़ां ने लेकिन बच्चे एक रियल वर्ड दे नाल कह सकते हैं या इस रियल इवेंट के नाल बच्चे एसोसिएट करो जोड़ो ताकि बच्चे की जिहड़ी इंटेंसिटी है, ठीक है, उस चीज को पढ़न दी डीपली पढ़न दी जिहड़ी इंटेंसिटी है वो ज्यादा की हो सके फुलफिल हो सके, ताही गल करदे से प्रिंसिपल ऑफ इंटेंसिटी दी। उस तो बाद नैक्सट आंदा प्रिंसिपल ऑफ रिक्वायरमेंट जो अज दे बच्चे वास्ते एप्लीकेबल होंदी है। बच्चे अपनी जरूरत के अकॉर्डिंग पढ़ते हैं, ठीक है। प्लस टू च मेरा कल यह एग्जाम है, मैं इहनूं फटाफट की कर ला याद कर ला ताकि मैं पेपर दे विच पास हो जा, मतलब रिक्वायरमेंट सिर्फ अन्नी की है कि पास होना है, ठीक है। अच्छे परसेंटेज लेनी वो बच्चे की रिक्वायरमेंट नहीं है क्योंकि पेपर बहुत ज्यादा औखा है, तो साडे वास्ते प्रिंसिपल ऑफ रिक्वायरमेंट कहता है। द लॉ ऑफ रिक्वायरमेंट स्टेट्स दैट वी मस्ट हैव समथिंग, साडे विचकार कुछ होना चाहिए, सानू साडे पास कुछ होना चाहिए टू ऑब्टेन टू समथिंग, ताकि उस चीज को असीं प्राप्त कर सकिए। पेपर दे विच कल पेपर बहुत ज्यादा औखा पेपर है, कल मैंने पास होना है तो बच्चा सिर्फ पासिंग मार्क्स वास्ते ही पढ़ूगा क्योंकि बच्चे रिक्वायरमेंट यही है कि मैंने जो पेपर है क्वालीफाई करना है। पेपर आगे परसेंटेज आंदे ना आंदे रब जानता है, लेकिन हाँ अगर मैंने कुछ गेन करना है तो ओबवियस उस चीज को पढ़ने वास्ते मैंने सारी रात पढ़ना पऊगा, क्योंकि काफ़ी बच्चे ऐसे होंगे ने जो मॉर्निंग टाइम नहीं पढ़ पाते, रात नहीं पढ़ पाते क्योंकि उस टाइम कॉन्सनट्रेशन माइंड बच्चे का बहुत ज़्यादा शांत होंगे, ठीक है। तो तुम रिक्वायरमेंट के अकॉर्डिंग जानते हो। कुछ बच्चे ऐसे होंगे ने जो शुरुआत तो पढ़ना चाहते हैं कि हाँ मैंने हूँ अच्छे मार्क्स लेने हैं, परसेंटेज अच्छी होनी चाहिए है, वो उन्होंने रिक्वायरमेंट है। और डिफरेंट परसैप्शन के अकॉर्डिंग चलते हैं, डिफरेंट व्यूज के अकॉर्डिंग चलते हैं, और थोड़े सामने प्रिंसिपल्स के अकॉर्डिंग हर एक बंदे का अलग अलग चलता है, ठीक है। लेकिन बहुत इंपॉर्टेंट है जिहदे मैं गल करा प्रिंसिपल ऑफ फ्रीडम की, ये बहुत इंपॉर्टेंट पॉइंट है। जो बच्चे तुम लर्निंग देने हो तो उत्थे मैं गल कहूँगा फिलहाल कि फ्रीडम होनी जरूरी है। अगर तुम बच्चे को फ्रीडम नहीं देंगे हो, बच्चे को क्रॉस कर दो फिलहाल या बच्चे नाल फोर्सफुली क्रॉस कर दो या धक्का करते हो तो उत्थे बच्चे की ग्रोथ तो होंदी रहूगी, लेकिन ध्यान रखना उत्थे लर्निंग नहीं होगी। कई पेरेंट्स की आदत होंदी है बच्चे गलती कर बच्चा जो गलती कर भी रहा होंगे ना तो बच्चे को रोक लेंगे ने, नहीं बेटे तू गलती करता है कर रहे हैं रुक जा, ठीक है। लेकिन कई पेरेंट्स ऐसे होंगे कि बच्चे को गलती करन दो, यही चीज होनी चाहिए कि बच्चे को फ्रीडम होनी चाहिए है। अगर बच्चा गलती करता है किस लिमिट तक गलती करूगा, जिस तक बच्चे का माइंड चलूगा उस माइंड की लिमिट तक ही बच्चा गलती करूगा ना तो थोनों भी पता लगूगा बच्चे का माइंड कित्थे तक जा रहा है, और थोड़े बच्चे को की पढ़ाया बच्चे ने की सीखिया वो भी थोड़े पास एक रियल फिनोमेना लेके आऊगा। तो जरूरी है जो भी बच्चे को पढ़ाते हुए हो तो बच्चे को बेस्ट भी यही है कि फ्रीली वे नाल बच्चे को लर्न करन दो। अगर तुम फोर्सफुली करोगे तो ना ही बच्चा उस चीज़ को पढ़ने वास्ते उस चीज़ को पढ़ना तो छोड़ो, और चीज़ पढ़ने वास्ते भी बच्चा क्योंकि डिफिकल्ट है मैं नहीं याद कर सकता, ठीक है। उस चीज़ वास्ते जरूरी है कि बच्चे अंदर की होनी चाहिए एक तरह की फ्रीडम होनी चाहिए, खुली छूट होनी चाहिए है। द प्रिंसिपल कहता की है द प्रिंसिपल ऑफ फ्रीडम स्टेट्स दैट थिंग्स फ्रीली लर्न, जी चीज़ा होनी चाहिए बच्चे को याद
ਉਹ ਫ੍ਰੀਲੀ ਤੌਰ ਤੇ ਹੋਣੀ ਚਾਹੀਦੀਆਂ ਨੇ, ਉਹ ਵੀ ਇੱਕ ਤਰ੍ਹਾਂ ਦਾ ਬੈਸਟ ਵੇ ਹੋਣਾ ਜ਼ਰੂਰੀ, ਜਿਸ ਕਰਕੇ ਬੱਚਾ ਕੀ ਕਰ ਸਕੇ, ਯਾਦ ਕਰ ਸਕੇ। ਪਰ ਅਗਰ ਦੇਖਿਆ ਜਾਵੇ ਕਈ ਪੇਰੈਂਟਸ ਹੁੰਦੇ ਨੇ ਜਾਂ ਟੀਚਰਸ ਹੁੰਦੇ ਨੇ ਬੱਚੇ ਨੂੰ ਧੱਕੇ ਨਾਲ ਕ੍ਰੈਮਿੰਗ ਕਰਵਾਉਂਦੇ ਨੇ, ਤਾਂ ਉਹ ਚੀਜ਼ ਗਲਤ ਹੈ। ਹਾਂ, ਉਸ ਚੀਜ਼ ਨਾਲ ਬੱਚੇ ਦੀ ਗਰੋਥ ਤਾਂ ਹੋ ਜੂਗੀ, ਪਰਸਨਲ ਗਰੋਥ ਤਾਂ ਹੋ ਜੂਗੀ ਫਿਲਹਾਲ, ਲੇਕਿਨ ਐਕਚੁਅਲ ਗਰੋਥ ਜਿਹੜੀ ਹੈਗੀ ਉਹ ਕੀ ਲੈ ਕੇ ਆਊਗੀ, ਲਰਨਿੰਗ ਬਿਹੇਵੀਅਰ ਲੈ ਕੇ ਆਊਗੀ, ਠੀਕ ਹੈ, ਮੋਡੀਫਿਕੇਸ਼ਨ ਆਫ ਬਿਹੇਵੀਅਰ ਲੈ ਕੇ ਆਊਗੀ। ਤਾਂ ਬੱਚੇ ਵਾਸਤੇ ਉਹ ਚੀਜ਼ ਬਹੁਤ ਜ਼ਿਆਦਾ ਮੁਸ਼ਕਿਲ ਹੋ ਜੂਗੀ। ਲਾਈਕ ਅਗਰ ਮੈਂ ਗੱਲ ਕਰਾਂ ਤਾਂ ਮੈਂ ਬਹੁਤ ਹੀ ਦੂਰ ਨਹੀਂ ਜਾਊਂਗਾ, 2D ਔਰ 3D ਹੁੰਦੀ ਹੈ ਮੈਥ ਦੇ ਵਿੱਚ, ਠੀਕ ਹੈ, ਉਹ ਮੇਰੇ ਵਾਸਤੇ ਇੱਕ ਤਰ੍ਹਾਂ ਦੀ ਇੱਕ ਹਵਾ ਵਰਡ ਹੈ, ਮੈਨੂੰ ਪ੍ਰੋਪਰ ਵੇ ਨਾਲ ਨਹੀਂ ਸਮਝ ਆਉਂਦਾ ਉਹ ਚੀਜ਼, ਠੀਕ ਹੈ। ਕਈ ਬੱਚੇ ਐਸੇ ਹੁੰਦੇ ਜਿਨ੍ਹਾਂ ਵਾਸਤੇ ਸਾਇੰਸ ਬਹੁਤ ਜ਼ਿਆਦਾ ਡਿਫਿਕਲਟੀ ਹੁੰਦੀ ਹੈ, ਤਾਂ ਫਰੀडम ਹੋਣੀ ਜ਼ਰੂਰੀ ਹੈ। ਬੈਸਟ ਵੇ ਨਾਲ ਬੱਚੇ ਨੂੰ ਕੀ ਕੀਤਾ ਜਾਵੇ, ਪੜ੍ਹਾਇਆ ਜਾਵੇ, ਤਾਂ ਕਿ ਕਿਹੜੀ ਕਿਹੜੀ ਚੀਜ਼ਾਂ ਹੋਣੀ ਜ਼ਰੂਰੀ ਨੇ, ਫਰੀडम ਆਫ ਚੋਇਸ ਹੋਵੇ, ਫਰੀडम ਆਫ ਐਕਸ਼ਨ ਹੋਵੇ, ਫਰੀडम ਆਫ ਬੀਅਰਨੈਸ ਹੋਵੇ, ਜਾਂ ਉਸ ਚੀਜ਼ ਦਾ ਰਿਜ਼ਲਟ ਕੀ ਹੋਊਗਾ, ਓਬਵੀਅਸ ਰਿਜ਼ਲਟ ਉਹੀ ਹੋਊਗਾ ਜੋ ਉਸ ਚੀਜ਼ ਦਾ ਐਕਸ਼ਨ ਹੋਊਗਾ। ਓਬਵੀਅਸ ਇਹ ਚੀਜ਼ ਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਬੱਚੇ ਨੂੰ ਫਰੀडम ਓਨੀ ਹੀ ਦਿੱਤੀ ਜਾਵੇ ਜਿੱਥੇ ਤੱਕ ਬੱਚੇ ਦੀ ਲਿਮਿਟੇਸ਼ਨ ਹੈ। ਅਗਰ ਬੱਚਾ ਉਸ ਚੀਜ਼ ਨੂੰ ਬਾਰ-ਬਾਰ ਗਲਤ ਕਰਦਾ ਪਿਆ ਤਾਂ ਫਿਰ ਡਿਲਰ ਪ੍ਰੈਕਟਿਸ ਹੀ ਸਾਹਮਣੇ ਰੱਖੀ ਜਾਊਗੀ, ਠੀਕ ਹੈ ਬੇਟੇ, ਸਮਝ ਆ ਗਿਆ ਹੋਏਗਾ। ਫਿਲਹਾਲ ਅੱਜ ਦਾ ਟੌਪਿਕ ਜੋ ਤੁਹਾਡਾ ਆਪਣਾ ਲਰਨਿੰਗ ਪ੍ਰਿੰਸੀਪਲਸ ਉੱਤੇ ਸੀ, ਇਹ ਤੁਹਾਡਾ ਆਪਣਾ ਟੌਪਿਕ ਸਿਰਫ ਲਰਨਿੰਗ ਪ੍ਰਿੰਸੀਪਲਸ ਦੀ ਗੱਲ ਕਰਦਾ ਪਿਆ। ਆਈ ਹੋਪ ਕਿ ਤੁਹਾਨੂੰ ਸਭ ਨੂੰ ਸਮਝ ਵੀ ਆ ਗਿਆ ਹੋਏਗਾ। ਫਿਲਹਾਲ ਕਲੀਅਰ ਹੈ ਜੀ ਸਭ ਨੂੰ, ਯੈਸ ਔਰ ਨੋ। ਇਹਦਾ ਜਿਹੜਾ ਤੁਹਾਡਾ ਆਪਣਾ ਸੈਕਿੰਡ ਲੈਕਚਰ ਉਹ ਕੱਲ ਹੋਏਗਾ, ਜੋ ਤੁਹਾਡੇ ਆਪਣੀ ਥਿਊਰੀਜ਼ ਦੇ ਬੇਸ ਤੇ ਹੋਏਗਾ। ਲਰਨਿੰਗ ਪ੍ਰਿੰਸੀਪਲਸ ਤੱਕ ਅੱਜ ਦਾ ਟੌਪਿਕ ਹੋ ਚੁੱਕਿਆ, ਲਰਨਿੰਗ ਥਿਊਰੀਜ਼ ਦੀ ਗੱਲ ਆਪਾਂ ਫਿਲਹਾਲ ਕੱਲ ਕਰਾਂਗੇ ਤੁਹਾਡੇ ਨਾਲ। ਕਲੀਅਰ ਹੈ ਜੀ ਕਿਰਨ ਸਿੰਘ? ਯੈਸ, ਚਲੋ ਜੀ, ਥੈਂਕ ਯੂ ਸੋ ਮਚ एवरीवन, थैंक यू।